ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਨਾ, ਤਾ ਕਉ ਅਚਰਜ ਕਾਹੋ। ਜੋ ਜਲ ਜਲ ਮਹ ਪੈ ਨਾਨਕ ਸਰ, ਤਿਉ ਢੁਰ ਮਿਲਿਓ ਜੋ ਲਾਹੋ। ਜੋ ਜਨ ਭਾਉ ਭਗਤ ਕਛ ਜਾਨਾ, ਤਾ ਕਉ ਅਚਰਜ ਕਾਹੋ। ਜੋ ਜਲ ਜਲ ਮਹ ਪੈ ਨਾਨਕ ਸਰ, ਤਿਉ ਢੁਰ ਮਿਲਿਓ ਜੋ ਲਾਹੋ। ਹਰ ਕੇ ਲੋਗਾ ਮੈਂ ਤਾ ਮਤ ਕਾ ਭੋਰਾ, ਜੋ ਤਨ ਕਾਸੀ ਤਜਹਿ ਕਬੀਰਾ। ਰਮਈਆ ਕਹਾ ਲਿਹੋਰਾ, ਰਹਾਉ ਕਹਿਤ ਕਬੀਰਾ। ਸੁਨਹੁ ਰੇ ਲੋਈ, ਭਰਮ ਨ ਭੂਲਹੁ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜਾ ਹੋਈ। ਕਹਿਤ ਕਬੀਰਾ ਸੁਨਹੁ ਰੇ ਲੋਈ, ਭਰਮ ਨ ਭੂਲਹੁ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਦੋਏ ਕਰ ਜੋੜ ਮੰਗੋ ਇਕ ਦਾਨਾ, ਸਾਹਿਬ ਤੁਠੇ ਪਾਵਾਂ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾਂ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮ ਜੋ ਅੱਜ ਸਤਿਗੁਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਨੂੰ ਸਰਵਣ ਕਰਨ ਦੇ ਲਈ ਆਪ ਜੀ ਇਕੱਤਰ ਹੋਏ ਹੋ। ਅੱਜ ਦਾ ਜੋ ਪਾਵਨ ਪਵਿੱਤਰ ਬਚਨ ਹੁਕਮ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ। ਭਗਤ ਜੀ ਦਾ ਇਹ ਅੰਮ੍ਰਿਤ ਬੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਤਨਾਸਰੀ ਦੇ ਅੰਦਰ ਦਰਜ ਹੈ। ਅੱਜ ਦੀ ਜੋ ਅੰਮ੍ਰਿਤ ਵਿਚਾਰ ਦੀ ਵਿਸ਼ਾ ਹੈ, ਜੋ ਅੱਜ ਦਾ, ਇਸ ਵਿੱਚ ਇੱਕ ਬਚਨ ਤਾਂ ਭਗਤ ਕਬੀਰ ਸਾਹਿਬ ਜੀ ਕਰ ਰਹੇ ਨੇ ਕਿ ਜਿਸ ਪਰਮਾਤਮਾ ਦੇ ਪਿਆਰੇ ਨੇ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਨੂੰ ਜਾਣ ਲਿਆ ਹੈ, ਉਸ ਵਾਸਤੇ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਕੋਈ ਆਸ਼ਚਰਜ ਬਾਤ ਨਹੀਂ। ਇਹਦਾ ਮਤਲਬ ਕਿ ਜਿਸ ਨੇ ਪ੍ਰੇਮਾ ਭਗਤੀ ਨੂੰ ਜਾਣਿਆ, ਉਹ ਵਾਸ਼ਨਾਵਾਂ ਤੋਂ ਬੰਧਨਾਂ ਤੋਂ ਮੁਕਤ ਹੋ ਕੇ ਪ੍ਰਭੂ ਵਿੱਚ ਅਭੇਦ ਹੋਏਗਾ। ਇਹ ਕੋਈ ਆਸ਼ਚਰਜ ਬਾਤ ਨਹੀਂ, ਦਾ ਮਤਲਬ ਅਵਸ਼ ਹੋਵੇਗਾ। ਫਿਰ ਆਪਣਾ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਜਿਵੇਂ ਪਾਣੀ ਵਿੱਚ ਮਿਲ ਜਾਂਦਾ ਹੈ ਤੇ ਉਸ ਪਾਣੀ ਨੂੰ ਕੋਈ ਪਹਿਚਾਨ ਨਹੀਂ ਸਕਦਾ, ਇਸੇ ਤਰ੍ਹਾਂ ਜੁਲਾਹ ਆਪਣੇ ਆਪ ਨੂੰ ਮੁਖਾਤਬ ਕਰ ਰਹੇ ਨੇ। ਕਹਿੰਦੇ ਨੇ ਉਸ ਪਰਮ ਪਿਤਾ ਪਰਮਾਤਮਾ ਵਿੱਚ ਅਭੇਦ ਹੋ ਗਿਆ ਹਾਂ, ਜਿਵੇਂ ਪਾਣੀ ਤੋਂ ਪਾਣੀ ਵੱਖ ਨਹੀਂ ਹੁੰਦਾ, ਇਸੇ ਤਰ੍ਹਾਂ ਪ੍ਰਭੂ ਦੇ ਅੰਦਰ ਅਭੇਦ ਕੋਈ ਆਤਮਾ, ਉਹਨੂੰ ਵੱਖ ਕਿਵੇਂ ਕਰ ਸਕਦਾ ਹੈ ਕੋਈ। ਤੇ ਇਹ ਸ਼ਬਦ ਉਹ ਜੀਵਤ ਰੂਪ ਚ ਕਹਿ ਰਹੇ ਨੇ। ਦੂਸਰਾ ਬਚਨ ਉਹਨਾਂ ਦਾ ਹੈ ਕਿ ਲੋਕ ਮੈਨੂੰ ਸਮਝਦੇ ਨੇ ਮੈਂ ਖੌਲੀ ਮੱਤ ਵਾਲਾ ਹਾਂ, ਮੇਰੇ ਕੋਲ ਇਤਨੀ ਅਕਲ ਨਹੀਂ। ਉਹਦਾ ਇੱਕ ਕਾਰਨ ਦੱਸ ਰਹੇ ਨੇ। ਉਹ ਕਹਿੰਦੇ ਨੇ ਜੇ ਕਾਸ਼ੀ ਵਿੱਚ ਤਨ ਛੱਡ ਤਿਆਗ ਦਈਏ ਤੇ ਫਿਰ ਇੱਕ ਅਹਿਸਾਨ ਰਹਿ ਜਾਏਗਾ ਪਰਮਾਤਮਾ ਤੇ। ਇਹਨੂੰ ਸਮਝਣਾ ਥੋੜਾ ਜਿਹਾ, ਵਿਚਾਰ ਆਪਾਂ ਅੱਗੇ ਖੁੱਲ ਕੇ ਕਰਾਂਗੇ, ਕਿਉਂਕਿ ਉੱਥੇ ਤਾਂ ਮਨੋਤ ਹੈ, ਹਰ ਮਰਨ ਵਾਲੇ ਨੂੰ ਮੁਕਤੀ ਮਿਲੇਗੀ, ਪਾਪੀ ਹੋਵੇ ਕੋਈ ਹੋਵੇ। ਫਿਰ ਕਹਿੰਦੇ ਨੇ ਭਗਤੀ ਦੇ ਅਰਥ ਕੀ ਰਹਿ ਗਿਆ ਕਾਸ਼ੀ ਦੀ ਧਰਤੀ ਤੇ, ਬੰਦਗੀ ਦੇ ਅਰਥ ਕੀ ਰਹਿ ਗਿਆ ਕਾਸ਼ੀ ਦੀ ਧਰਤੀ ਤੇ ਫਿਰ ਤਾਂ ਅਸੀਂ ਇਹ ਕਹਾਂਗੇ ਪਰਮਾਤਮਾ ਇੱਥੇ ਤਾਂ ਮੁਕਤੀ ਦਾ ਵਰ ਹੈ, ਇੱਥੇ ਤਾਂ ਮੁਕਤ ਹੋਣਾ ਹੀ ਹੋਣਾ, ਫਿਰ ਤੇਰੀ ਭਗਤੀ ਦੀ ਕੀ ਲੋੜ। ਫਿਰ ਅੱਗੇ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਦੁਨੀਆ ਦੇ ਲੋਗੋ ਸਮਝੋ, ਜੇ ਅੰਦਰ ਪਰਮਾਤਮਾ ਦੀ ਭਗਤੀ ਹੋਵੇ, ਕੀ ਕਾਸ਼ੀ ਤੇ ਕੀ ਮਗਹਰ ਦੀ ਕਲਰੀ ਧਰਤੀ, ਜਿੱਥੇ ਵੀ ਬੰਦਾ ਪ੍ਰਾਣ ਤਿਆਗੇਗਾ, ਸੱਚ ਇਹ ਵੇ ਜਿੱਥੇ ਵੀ ਆਪਣਾ ਟਿਕਾਣਾ ਕਰੇਗਾ, ਪਰਮਾਤਮਾ ਦੀ ਭਗਤੀ ਕਰਨ ਵਾਲਾ ਹਰ ਥਾਂ ਤੇ ਹੀ ਮੁਕਤ ਹੋ ਜਾਏਗਾ। ਇਹ ਹੈ ਅੱਜ ਦੀ ਸ਼ਬਦ ਦਾ ਵਿਚਾਰ ਜੋ ਮਰਕਜ਼ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਰ ਸ਼ਬਦ ਲਾਂਗੇ, ਕਿਸੇ ਤੇ ਤਰਕ ਕੁਤਰਕ ਨਹੀਂ। ਪਰ ਜੋ ਗੁਰਮਤ ਦਾ ਸਿਧਾਂਤ ਹੈ ਉਹਨੂੰ ਲੁਕਾ ਲੈਣਾ ਵੀ ਤਾਂ ਇੱਕ ਗੁਨਾਹ ਹੋਵੇਗਾ। ਆਓ ਸਾਧ ਸੰਗਤ, ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਆਪ ਜਿਤਨੇ ਸਤਿਗੁਰੂ ਦੇ ਸਨਮੁਖ ਇਸ ਅੰਮ੍ਰਿਤ ਬਚਨ ਦੀ ਵਿਚਾਰ ਸਰਵਣ ਕਰਨ ਵਾਸਤੇ ਆਏ ਹੋ, ਔਰ ਜਿਤਨੇ ਦੇਸ਼ ਪ੍ਰਦੇਸ਼ ਆਪਣੇ ਘਰਾਂ ਆਪਣੇ ਅਸਥਾਨਾਂ ਤੇ ਬੈਠ
आप रोजाना दरबार साहिब जी तो लाइव कीर्तन और शब्द विचार हर रोज श्रवण कर देखो। कृपालता करो, आशीष बख्शो। सतगुरु गुरु रामदास महाराज अपने शब्द की कला वरताओ। अंदर दी निमरता इकाग्रता दुबदा द्वैश तो बचा के सतगुरु आप प्रेम च भेज के विच वरत के कथा विचार करा लवो। करो बख्श साध संगत जी, गुरु बख्शी आशीष प्यार अदब नाल उचारण करो जी। सतनाम श्री करो बख्शिश, फिर उच्चारण करो जी। सतनाम श्री वाहे गुरु जी। सतनाम श्री वाहे गुरु साहिब जी। जो जन भाव भगत कछ जाना, ताका आचरज काहो। भगत कबीर साहिब जी महाराज उन्होंने अपनी मुबारक रसना तो इस शब्द दियां जो पहलियां अमृत तुकां ने इहदे विच बख्शिश कीती। जो जन भाओ भगत कछ जाने, जेड़ा परमात्मा दा सेवक, परमात्मा दा दास, परमात्मा दा जन उस परिपूर्ण परमात्मा वाहिगुरू जी दी प्रेमा भगती नूं जाणदा है। ਉਹਦੇ ਲਈ ਸ਼ਬਦ ਵਰਤਿਆ ਤਾਂ ਕੋ ਅਚਰਜ ਕਾਹੋ। ਅਚਰਜ ਦਾ ਅਰਥ ਆਪਾਂ ਕਰਨੇ ਆ ਖੈਰਾਨੀ ਜਨਕ। ਮਹਾਰਾਜ ਕਹਿ ਰਹੇ ਨੇ ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਜਾਣਦਾ ਹੈ ਉਸ ਦਾ ਅਭੇਦ ਹੋ ਜਾਣਾ ਪ੍ਰਭੂ ਵਿੱਚ, ਉਸ ਦਾ ਲੀਨ ਹੋ ਜਾਣਾ ਪ੍ਰਭੂ ਵਿੱਚ, ਉਸ ਦਾ ਪਰਮਾਤਮਾ ਦੇ ਅੰਦਰ ਸਮਾ ਜਾਣਾ, ਇਹ ਕੋਈ ਅਚਰਜ ਬਾਤ ਤਾਂ ਨਹੀਂ ਨਾ। ध्यान न सुनियो। ताको अचरज काहो, ये की आश्चर्य बात है फिर कोई? ਇਹਦਾ मतलब कि भगत साहब कह रहे ने भाई असल च जेड़ा परमात्मा दी प्रेमा भगती नूं जानेगा, प्रेमा भगती करेगा, सच एवे कि वो परिपूर्ण परमात्मा विच अभेद होएगा। ਇਹਦੇ ਵਿੱਚ कोई खरानी वाली बात नहीं। ਇਹਦਾ मतलब ये है कि वो अभेद होएगा। मैं बेनती करा कि श्री गुरु ग्रंथ साहिब की पवित्र बाणी चों कल भी एक इशारा किया सी कि गुरमत विच प्रेमा भगती नूं बहुत वड्डी थां दित्ती गई है। गुरु शब्द विच है ही प्रेमा भगती नूं सब तो उच्चा दर्जा। साहिब सच्चे पातशाह महाराज गुरु ग्रंथ साहिब की बाणी विच अमृत बख्शिश करते ने। कहते ने जे परिपूर्ण परमात्मा वाहिगुरू जी नाल आपां हम कलाम होना है, जे असी परमात्मा नाल गलबात करनी है, उस नाल बोल करके रिश्ता बनाना है, ते फिर सानू चेते रखियो कि उस दी बोली केवल प्रेम है। उस नाल गलबात प्यार विच ही होवेगी। फिर इनू थोड़ा जिहा समझियो ना ਤਾਂ ਉਹ ਪਦਾਰਥਾਂ ਨਾਲ ਪਾਇਆ ਜਾ ਸਕਦਾ ਹੈ, ਨਾ ਉਹ ਵਿਚਾਰਾਂ ਨਾਲ ਪਾਇਆ ਜਾ ਸਕਦਾ ਹੈ। ਯਾਦ ਰੱਖਿਓ, ਨਾ ਉਹ ਕੇਵਲ ਕਰਮਾਂ ਨਾਲ ਪਾਇਆ ਜਾ ਸਕਦਾ ਹੈ, ਨਾ ਪਰਿਪੂਰਨ ਪਰਮਾਤਮਾ ਕੇਵਲ ਬਾਹਰਮੁਖੀ ਸਰੀਰ ਦੇ ਝੁਕਣ ਸਜਦੇ ਦੇ ਨਾਲ ਪਾਇਆ ਜਾ ਸਕਦਾ ਹੈ। परिपूर्ण परमात्मा वाहिगुरू जी उन्हां दी अभेदता उहदे तक पहुंचना उहदे विच लीन होना गुरमत दे जो सिद्धांत है उस अनुसार केवल परमात्मा दी प्रेमा भगती प्रेम ही है। थोड़ा जा आओ मैं इन्हां शब्दां नूं फिर दोहरा देना। जेकर कुछ कहे भी मैं पदार्थां नाल परमात्मा नूं पा लैणा, संसार भर दे पदार्थ रब दे सामने रख दईए, संसार भर दे पदार्थ उस परमात्मा दे सामने रखिए, जे पदार्थां नाल परिपूर्ण परमात्मा मिलदा हुंदा ते जिन्हां लोकां कोल पदार्थां दी गिनती कोई नहीं, सच एवे कि इन्हां पदार्थवादी लोगां ने रब नूं भी अपने घर विच रखिया होना सी। पदार्थ नाल ओदी प्राप्ति नहीं।
उस तो बाद मैं बेनती करा कि जेकर कोई ये बंदा सोचे अपनी विचार नाल, अकली विचार दे नाल भी उसकी प्राप्ति नहीं, अपनी सोच नाल भी उसकी प्राप्ति नहीं। तीसरी बेनती मैं कीती है कि जेकर कोई सोचे मैं कर्मां दे नाल, क्योंकि कर्म फिलासफी आपां जदों पढ़दे खां ते देखने आ कर्मां दा बहुत वड्डा योगदान है, पर इकल्ले बंदे दे कर्म कुछ नहीं करते जे उहदी किरपा ना वरते तां। इकल्ले कर्मां नाल भी प्राप्ति नहीं। जे बंदा बहुत सारे धर्म ग्रंथ पढ़ लवे ते ये सोचे मैनू इस पढ़ाई विचों मिल जाएगा, प्यारिओ कल्ली बाहर दी पढ़ाई नाल भी नहीं। जे इंसान बाहर मुखी शरीर दे ढांचे विच सजदे करे, मत्था टेके, डंडौत करे, अष्टांग करे कि परिपूर्ण परमात्मा जी वाहिगुरू जी इन्हां इस चीज तरीके नाल भी वो वस विच हो सकते ने? नहीं। आओ थोड़ा जा बाणी वाल मैं आप जी की तवज्जो दवावां। गुरु ग्रंथ साहिब की बाणी का फैसला है कि जिसने परमात्मा नाल खम कलाम खोने, गल बात करनी है, जिसने उहदे विच अभेद खोने, उस नाल अभेद खोण लई सिर्फ इको केवल प्रेम। ओनू प्यार शब्द कह लो, ओनू भाव पग शब्द वरत लईए, उसनू अंदर दी एक खिच शब्द वरत लईए। अंदर दा प्रेम, अंदर दी भावना तो बिना उस दी प्राप्ति किवें? गुरु नानक साहब महाराज उन्होंने जपजी साहब दी पवित्र बाणी च बख्शिश भी की कि हजूर ने प्रश्नोत्तरी रूप विच ये अमृत पौड़ी दर्ज करदियां कहा, कहते मेरा परिपूर्ण परमात्मा वाहिगुरू आप सच है, ओदा नामना, ओदा इंसाफ वो भी सच है, ते परमात्मा दी बोली की है। हुण आम तौर ते असी शब्द वरतांगे वो संस्कृत च बोलदा है, कोई कहेगा नहीं वो अरबी विच बोलदा है, कोई कहेगा नहीं परमात्मा पंजाबी विच बोलदा है, कोई शब्द वरतेगा परमात्मा हिब्रू विच जां असी अंग्रेजी विच बोलदा है। गुरमुखो, गुरु नानक साहब जी का यह बख्शिश भरिया बोल है कि प्यारिया ये तां अंदर दी धुनी नूं प्रगट करने वाले अखर ने। तू पंजाबी कह लै, तू अरबी कह लै, तू फारसी कह लै, तू संस्कृत कह लै, तू अंग्रेजी कह लै, पर दरअसल परिपूर्ण परमात्मा दी बोली केवल अखर नहीं। इस मेरी बेनती नूं सुनियो, कल्ले अखर ही नहीं, परमात्मा दी बोली तां केवल प्रेम है। ते कई बारी प्रेमी हिरदा इन्ना उछाले मारदा है, ओदे गले चों अखर निकलदे नहीं, ओदियां अखां दा पानी भी रब वास्ते बोली बन जांदा है। ओदी बोली सिर्फ प्रेम है। गुरु साहिब जी ने अमृत बाणी च ये बख्शिश भरे बचन कहे कि साचा साहिब साच नाए, भाख्या भाओ अपार। वाहिगुरू जी सच ने, ओदा इंसाफ सच है, ते मेरे प्यारे परमेश्वर दी जिहड़ी बोली है, भाख्या है, वो प्रेम है। साचा साहिब साच नाए, भाख्या भाओ अपार। प्रेम है ओदी बोली। आखें असी रोज आखने आ, मंगहें उस दे दर ते असी आंचल फैला के झोली अड के रोज मंगने आ। आखें मंगह देह दे, दात करे दातार। असी आखने आ, असी मंगने खां, ते पार ब्रह्म परमेश्वर साडे मंगतियां दी झोली विच अपनी खैरात, अपनी बख्शिश पांदे ने, खैर पांदे ने। महाराज इस तो अगे बचन करदे ने, कहंदे उस परमात्मा नूं जे प्यार करना फिर वो तरीका केड़ा? साचा साहिब साच नाए, भाख्या भाओ अपार। आखां मंगह देह देह, दात करे दातार। फिर के अगे रखीए? जदों दित्ती दातां ओदियां ने ते फिर केड़ी चीज परमात्मा दे अगे रखनी चाहने आपां? फिर के अगे रखीए जिस दिसै दरबार, जिस नाल ओदे दरबार दी झलक दर्शन हो जाण। जिस दिसै दरबार, मूँह के बोलन बोलीए ते अपनी जबान तो केड़े बोल बोलां मैं? केड़ी शब्दावली दी वरतों करां जिन्हां बोलां नूं, जिन्हां शब्दां नूं सुन के परिपूर्ण परमात्मा मैनूं मुहब्बत करन। फिर मैं पौड़ी संखेप जी आपनूं सांझ पा लेना। साचा साहिब साच नाए, भाख्या भाओ अपार। आखें मंगह देह दे, दात करे दातार।
फेर के अग्गे रखिए जित दिसै दरबार, मोह के बोलन बोलिए जित सुन धरे प्यार। ते महाराज कहंदे एक काम कर, अमृत वेला सच नाओ वड्याई विचार। उस परमात्मा दियां वड्याइयां कर, पर इस समझियो प्रेम संयुगत, प्रेम नाल भेज के। देखो भगती सारे करदे आ, कई रुखे भी बड़े मिलते आ, पर जिस भगती विच प्रेम होवेगा, अज बाबा कबीर साहब कहंदे ने जिसने भी परमात्मा की भगती बारे कुछ जान लिया, कोई आश्चर्य नहीं वो किसी जात विच पैदा होवे, धरती दे किसी खिते विच पैदा होवे, ओदे परिवार दा पिछोकड़ कुछ होवे, ओदी बोली कुछ होवे, ओदा पहरावा कुछ होवे, सच एवे ओदे शरीर दा रंग जैसा मर्जी होवे, जिन्हें परमात्मा की प्रेमा भगती जान लई, अचरज नहीं वो परमात्मा विच जरूर मिलेगा। मैं बेनती की कि उस साईं दी ਉਹਦੇ ਨਾਲ जे खाम कलाम होना ते बोली प्रेम। इस तो अगली बेनती मैं कर दिया, असल च प्रेम है की? उंज वैसे असी प्रेम दे अर्थ करते हैं प्यार, मुहब्बत, स्नेह, लव शब्द वरतने। मैं एक बेनती करांगा कि परिपूर्ण परमात्मा वाहिगुरु जी, असल च प्रेम एक अंदर दी खिच है। उंज तां खिच वासना रूप विच भी हुंदी, मोह भी तां एक खिच है। जिस खिच दा मारिया बंदा परिवार पिछे, संसार पिछे दौड़दा है। उंज तां हर जज्बे विच खिच है, काम विच अपनी खिच, क्रोध विच अपनी खिच, लोभ मोह अहंकार, ये सारी खिच ही है, याद रखो। पर जिस अंदर ये मोह दी खिच प्रेम विच बदल जाए, क्योंकि मोह विच ममता है ते प्रेम दे अंदर बिरखा, बैराग ते वारन दी बिरती है। असल च जदों असीं चुगिरदे चाती मारने अपने, धन गुरु गोबिंद सिंह जी का एक अमृत बोल है, ते दास ने कई बारी वैसे वो कथा सांझ भी पाई। देखो हर चीज वो अपने किसे ना किसे धुरे नाल जुड़ी हुई ओदे वल तुरी जा रही, ओदे वल खिंची तुरी जा रही, पर उस खिच नूं कोई जोर लाने वाला नहीं, वो सुते सिद्ध है। जिवें उदाहरण मैं एक देना, गुरु गोबिंद सिंह दे बचन ने कि असी जमीन दे ऊपर किसी भी धरती ते अग बालो, इस धरती दे किसी भी खिते ते आप जी देखोगे जदों अग बलेगी ते बलदी कोई लकड़ नूं, भावें आपां ओदे मूंह नूं जिथे अग लगी उहनूं टेढ़ियां थल्ले धरती वल करिए, कदी अग दीयां लपटां जमीन वल जांदियां देखियां ने? असीं देखने आ कि अग भावें दीवा बालो, लैंप बालो, भावें किसी चीज नूं अग लाओ, जे बलदी कोई अग दी लकड़ नूं आपां धरती वल ओ चुका दईए, प्यारिओ ओदियां चिंगड़ियां धरती ते नहीं डिगणियां, ओदियां लपटां, ओदी लो जमीन ते नहीं जानी। सच एवे कि ओदे चिंगाड़े, ओदियां लपटां, ओदी लो इक्को दम आसमान वल उडेगी। निके निके अनगिनत चिंगाड़ियां, चिंगारियां, शोले वो इक्को दम उड़दे हो आसमान वल जाणगे। असीं कहांगे नहीं, ये आसमान वाली अग उड़दी हुंदी। ते मैं बेनती करां, धरती विच तां ग्रैविटी है, धरती विच तां आकर्षण शक्ति है। जे एक फल टाणी नाल लगा होया धरती ते डिगदा है ते न्यूटन सोची पै जांदा है कि धरती विच खिच है, ये चीज नूं अपने वल आकर्षित कर रही है, ते फिर एक निक्की जी अग दी चिंगियाड़ी नूं अपने वल क्यों नहीं खिचदी? अग दी लाट नूं अपने वल क्यों नहीं खिचदी? गुरु गोबिंद सिंह कहंदे ने समझ इंसान कि खिच की चीज है। असल च निक्की तो निक्की अग दी चिनग भी वो आसमान वल तां उड़दी है क्योंकि ओदा महबूब, ओदा मरकज, ओदा धुरा, ओदा आपा ओ आसमान दे विच सूरज जिहड़ा लट लट करके बलदा पिया। सच एव एक निक्की जी चिंगाड़ी भी खिच लैके अपने सूरज महबूब तक मिलना चाहती है। ओनू तां किसी ने सिक्ख्या भी नहीं दिती, पर अदृष्ट खिच तां ओनू भी उपर नूं लिजा रही है। आ बंदे नूं समझाना पैंदा, तू प्रेम कर लै। मैं सिर्फ उदाहरणां थोड़ियां जिहां दियांगा ते अज मेरी इच्छा सी मैं भाव भगत की गल संखेप जी जरूर करके जावां। हजूर ने कहा अग दी निक्की जी चिनंग
सूरज वल जा रही है क्योंकि ਉਹਦਾ प्यारा ਉਹਨੂੰ खिंच ਰਿਹਾ है। आप देखते हो कि समुंदर तो पानी उड़दा है, किन्ने दिन आसमान विच बदलों का रूप धारण करके तुरया फिरदा है, अदृष्ट हवा विच नमी है, पर वही पानी जिहड़ा समुंदर तो उड़िया है कई दिन आसमान विच रहिंदा है ते कुछ दिनों तो बाद वो पानी बूंद बूंद कतरा कतरा बन के दोबारा फिर धरती ते डिगदा है। ते जदों वो पानी जमीन ते डिगदा है ते इक्को दम वो दरिया नदी नाले का रूप घर धारण करके रुकदा नहीं। तुसी देखो बारिश हुंदी कदी नहीं कहंदी हुण आराम कर लईए, असी समुंदर तो आईआं वां, किन्ने दिन आसमान विच रहीआं वां, वो कहंदे ने डिगदिआं सार एक जल दा कतरा एक बूंद पानी दी अपना सफर शुरू कर देंदी है। तेजी नाल वो पानी वहण बन के प्रवाह बन के दौड़दा है। जे उन्होंने पूछिए इन्ने दिनां दा तू आसमान च हुण टिक जा ते वो पानी भी कहेगा नहीं, एक समुंदर है जिथों मैं विछड़िया हाँ, सच एवे मेरे अंदर दी खिच मेरे प्यारे शौ तक मैनू ले जाना चाहती है। एक अदृष्ट ताकत, अदृष्ट खिच पानी दी बूंद नू सागर वाल ले जा रही है। एक अदृष्ट खिच अग दी चिंगारी नू सूरज वाल ले जा रही है। ते तीसरी बेनती करा, एक अदृष्ट खिच आ जमीन तो ऊपर जिन्नी मर्जी मिट्टी उड़े, तूफान आवे तेज ते मिट्टी आकाश वाल उड़ जाए, किन्ने दिन गर्द गुबार आकाश विच बनिया रहे। आप देखोगे जिन्ने मिट्टी दे जर्रे ने एक एक जर्रा फिर धरती दे उत्ते डिगेगा। क्यों? क्योंकि उन्हां दी धरती मां दी खिच उन्हां नूं दोबारा अपने वल खिच रही है। गुरु गोबिंद सिंह कहते हैं एक है संसार दा परमात्मा ने बनाया निजाम। अग सूरज वाल जा रही है, पानी सागर वाल जा रहा है, रेत वैगुरु मिट्टी दा जर्रा वो वापस धरती वाल आ रहा है। कहते ने सच एवे इन्हां नूं अदृष्ट खिच अपने वाल खिच दीए। प्यारिया तेनू कहना पैंदा है, पर दुख इस चीज का कि तेनू होर खिच्चा ने चार चवेरे खिच लिया, तेरे अंदर वो खिच पैदा ही ना हो सकी जिहड़ी तेनू रब वाले पासे ले जावे। कहता भी कि खिच प्रेम एक अदृष्ट खिच है। गुरु गोबिंद सिंह जी दे अमृत बोल ने, जैसे एक आग ते कनोका कोट आग उठे, न्यारे न्यारे होए कै फिर आग में मिलाहेंगे। फिर खिंचे हुए वापस आउंदे पे ने अपने मरकज। जैसे एक आग ते कनोका कोट आग उठे, न्यारे न्यारे होए कै फिर आग में मिलाहेंगे। जैसे एक धूर ते अनेक धूर पूरत है, एक मिट्टी दे टिब्बे तो किन्ने जर्रे उठते ने ऊपर। जैसे एक धूर ते अनेक धूर पूरत है, धूर के कनूका सबे धूर की समाहेंगे। जैसे एक नद ते तरंग कोट उपजुत है, पान के तरंग सब पान की कहाएंगे। तैसे विश्व रूप ते अपूत पूत प्रगट हुए, ताही ते उपज सब ताही में समाहेंगे। ये ओदी खिच है। मैं एक होर बेनती करा, देखो हर चीज असी बाणी चो लै रहे। यतन दास ने पिछले दिनों तो यही किया, क्योंकि गुरु शब्द की विचार सुन लिया बैठे। करंट इशू ते गल जरूर होवे, पर कलियां समाजिक कहानियां ना पाई जाइए। मैं बेनती करांगा गुरु ग्रंथ साहब दे शब्द विच डुबिए, शब्द ही सानू जिंदगी देगा। बाणी तो बिना साडा की है संसार च। दूसरी बेनती जिहड़ी कर लगा, देखो आसमान ते सूरज है, ये भी गुरु ग्रंथ साहब दा शब्द है। ते कमल दा फुल धरती ते है, कोई तार तां जुड़ी नहीं। मैं बेनती करा, कोई वायर कोई तार तां सूरज की रोशनी नाल जोड़ी नहीं कि किसी ने क्या होवे कमल दे फुल दीआं जड़ां विच आ इंस्ट्रूमेंट ला दिओ, आ तार उपर नूं कढ दिओ, जदों सूरज की किरण निकलेगी तो अपने आप खिड़ पवेगा। चलो वायरलैस भी होना अजकल बहुत कुछ है। कि कदी किसी ने कमल दे फुल कोल कोई यंत्र लाया कि जदों सूरज की किरण निकले ते कमल दा फुल खिड़ पवे? नहीं प्यारिओ, ना सूरज कोल कोई यंत्र लगा है, ना कमल दे फुल कोल कोई यंत्र लगा है। एक आसमान दे उपर है, दूजा चिक्कड़ विच है, पर सच एवे करोड़ां को दी दूरी ओदे विच भी एक खिचे। चिक्कड़ विच खलोता होया कमल दा फुल भी अदृष्ट खिच पैंदी है ते इक्को दम खिड़ना शुरू कर दिंदा है। सूरज चढ़े तो भी खिड़दा है। सतगुरु ने बाणी विच बचन किया है,
कि सरवर कमल किरण आकाशी, कमल का फुल सरोवर च है ते किरणा जड़ियां ने आसमान च आकाश ने। सरवर कमल किरण आकाशी बिकशे सह सुभाई, ये सुते सिद्ध अपने आप खेड़े विच आ जांदा है, क्योंकि अदृष्ट खिच उस कमल दे फुल नूं खेड़ा पई दिंदी। एक बेनती मैं आप दे सन्मुख करा, गुरमुखो सच एवे प्रेम एक खिच है। उंज गुरु ग्रंथ साहिब दी बाणी ने उस खिच लई, मैं फिर शब्द खिच वरत रहा मैं उंज समझण वास्ते, उद अदृष्ट रब दी रहमत लई बड़े प्रमाण वरते। जिवें उस खिच नूं कामुक बिरती विच भी जिवें आउंदा है, मान लो मेल ते फीमेल पति ते पत्नी दा संयोग, उन्होंने भी उस खिच नाल तुलना दी गई। हालांकि बाणी विच इस प्रथाए कहा भी गया कि मैं कामन मेरा कंत करतार, जेहा कराए तेहा करी शिंगार, जां तिस पावै तां करै भोग, तन मन साचे साहिब जोग। एक ही है, देखो बाणी जे बचन ने गुरु अमरदास दा बचन है। हुण दो शरीरां दी आपसी कशिश है। मेरे सतगुरु ने ये जिहड़ी वासना संयुक्त कशिश सी, इस तो साडी सुरत नूं उपर उठा के क्या देख, जिवें एक कामन एक इस्त्री अपने पति दे प्यार दी खातर जिहो जिहा शिंगार कहंदा वो करन नूं तैयार है। सच एवे कि तू परमात्मा नूं मुहब्बत कर, इस्त्री बन के जिवें परमात्मा तेनू चाहता तू उस हुक्म नूं सत बचन करके मान ले। समझाना तो सिर्फ यही चाहा। बेनती करांगा कि वह खिच जिन्हों आपां प्रेम कहने खां, जिन्हों आपां मुहब्बत कहने खां, जिन्हों आपां लव शब्द वरतने परमात्मा ले, सच एवे कि प्रेमा भगती तो ऊपर होर कुछ नहीं। यही कारण कि मेरे सच्चे पातशाह जी ने गुरु ग्रंथ साहिब की पवित्र बाणी च कुछ कु गल्लां दा जिक्र करदे हां कि इस ढंग नाल परमात्मा नूं पाना चाहिए नहीं। जिवें कहंदे ने परमात्मा नूं वस कर लई कोई बंदा तरले मारी जाए, रोई जाए, ककियाई जाए, ते की ककियान दे नाल झूठे मूठे अखां चों पानी ते तरलियां नाल रब वस विच आ जाएगा? महाराज कहंदे ने नहीं। जेकर कोई मैं कहे भी मैं वेद पढ़ लेने, मैं पुराण पढ़ लेने, मैं धर्म ग्रंथां दा आचार्य बन गया मैं, नहीं प्यारिओ, उस नाल भी वो वस विच नहीं। जेकर कोई ये चाहे कि मैं परिपूर्ण परमात्मा नूं तीर्थ इशनान करके पा लिया, इस ढंग नाल भी वो प्यार नहीं लै सकेगा। जे कहे मैं सारी धरती ते नंगे पैर घूमना पिया ते ओदी मोहब्बत मिल जाए, महाराज कहंदे नहीं, इस ढंग नाल भी नहीं। जेकर कोई कहे मैं बहुत दान करना, मेरे कोल सियाणप बड़ी है, मैं सियाणप नाल जिंदगी जीना, ते मेरे गुरु ग्रंथ साहिब कहंदे ने इस ढंग नाल भी नहीं। पर किवें? कहन लगे सियाणप नाल नहीं, तालीम नाल नहीं, पैसे नाल नहीं, दान नाल नहीं, सच एवे झूठे रोने रोन नाल नहीं। जे किसे ने परमात्मा नूं वस कीता ते केवल तां केवल प्रेमा भगती करके वस कीता है। हजूर दे अमृत बचन ने कि ना तू आवें वस बहुत किणावणे, ना तू आवें वस वेद पढ़ावणे, ना तू आवें वस तीर्थ नहाइए, ना तू आवें वस धरती धाइए, ना तू आवें वस कितै सियाणप है, ना तू आवें वस बहुता दान दे। ते किवें वस विच आउंदा है? महाराज कहते सब को तेरा वस अगम अगोचरा, तू भगतां कै वस भगतां तान तेरा। हुण देखो सारियां स्पष्ट जै कर दिता कि परिपूर्ण परमात्मा वैगुरु तू भगतां दे अधीन है, क्योंकि उन्हां कोल प्रेमा भगती है, उन्हां कोल प्यार है। गुरु ग्रंथ साहिब दी अमृत बाणी विचों ही दास कुछ बेनतियां होर करेगा सिर्फ प्रेमा भगती बारे। प्रेमा भगती विच सिमरन है, प्रेमा भगती विच कीर्तन है, प्रेमा भगती विच उस परिपूर्ण परमात्मा वैगुरु जी उन्होंने वार वार अंदर दी तड़प लैके पुकारना है। यही कारण कि मेरे धन गुरु गोबिंद सिंह महाराज उन्होंने अपनी मुबारक रसना तो जेड़े असीं सुधा सवैये पढ़ने का अमृत सवैये हजूर दी अमृत बाणी च ओदे च बख्शिश करदियां क्या कि कहा भयो जो दो लोचन मूंद के, की होया जे तू दोनों अखां नूं बंद करके बैठ गया। कहा भयो जो दो लोचन मूंद के,
बैठ रहे हो बख ध्यान लगायो, नात फिरियो लिए सात समुंदरन लोक गयो पर लोक गवायो। नेत्र भी बंद कीते, सत्तां समुंदरां दा इशनान भी कीता। कहा भयो जो दो लोचन मूंद कै बैठ रहे हो बख ध्यान लगायो, नात फिरियो लिए सात समुंदरन लोक गयो पर लोक गवायो। बास कियो बखियान सो बैठ के, सारी जिंदगी कड़ दिती बंदिया, विषय वासनावां विच निठ के बैठे। बास कियो बखियान सो बैठ के, ऐसी ऐसे सो बैस बतायो, पर वो मिलदा किवें है। साच कहूं सुन लेखो सबे, जिन प्रेम कियो तिन ही प्रापायो। प्रेम शब्द दी उत्थे वरतों कीती। बेनती है फिर जेड़े प्रेमा भगती करते ने उन्हां दा पूरा शरीर, प्रेमा भगती करन वाले दी बॉडी, ओदी देह, कोई ज्ञान इंद्रा ऐसा नहीं जेड़ा परमात्मा दी सिफत विच ना जुड़िया होवे। जिवें भगत रविदास साहब जी दा एक शब्द है, वो कहंदे ने प्रेमा भगती करन वाले दी ये निशानी है, वो चित करके परमात्मा दा सिमरन करदा है। वो नेत्रां नाल प्यारे वाहिगुरू जी दे दीदार दी झलक च रहिंदा है। वो कन्नां नाल गुरु दा शब्द सुनदा है। वो अपनी रसना नाल सच एवे परिपूर्ण परमात्मा दे अमृत बोल बोलदा है। उसदा मन एक भवरे दी तरह बन जांदा है ते वो शब्द दी मकरंद रस नूं चूसदा है। ते भगत जी अगे अपनी इस अवस्था बारे कहंदे ने कि हे परिपूर्ण परमात्मा, एक किरपा करियो कि ये प्रीत वाली चीज मेरे अंदरों किते चली ना जाए, क्योंकि मैं अपनी जिंद दे वटले वटे ये प्रीत खरीदी है, गल्लां नाल प्रीत नहीं। फिर मेरी बेनती सुनियो जो मैं अर्ज करनी चाहना। हुण गल्लां नाल तां मैं भी प्रेम दी कथा करी जा रहा हूं, गल्लां विच ते अनुभव विच फिर बड़ा अंतर छे। सतगुरु दे अमृत बोल ने कि चित सिमरन करूं, एक है प्रेमी दी अवस्था, अपने चित विच अपने प्यारे महबूब वाहिगुरू जी दा चिंतन करना, सिमरन करना। चित सिमरन करूं, नैन अवलोकनों, ते अपने नेत्रां दे नाल उस प्यारे परमेश्वर दे दीदार करने। चित सिमरन करूं, नैन अवलोकनों, सरवण बाणी सो जस पूर राखूं। अपने कन्ना विच वाहिगुरू दी सिबत सलाह दी बाणी दे जस नूं पूर रखना। चित सिमरन करूं, नैन अवलोकनों, सरवण बाणी सो जस पूर राखूं। मन सो मद कर करूं, चरण हिरदय धरूं, रसन अमृत राम नाम भाखूं। अपने मन नूं भवरे दी तरह बना ला, वाहिगुरू जी दे चरण अपने चित्त विच टिका लवां ते अपनी जबान तो दे अमृत नाम नूं बोलां। मैं फिर दोहरान लगा, देखो इहदे विच चित्त भी आ गया, इहदे विच कंन भी आ गए, इहदे विच जबान भी आ गई, इहदे विच मन भी आ गया। सच एवे पूरे दा पूरा तन जिहड़ा प्रेमा भगती भी जुड़दा है, उहदा कोई ज्ञान इंद्रा प्रेम तो विरवा जा सखना नहीं। चित सिमरन करूं, नैन अवलोकनों, सरवण बाणी सो जस पूर राखूं। मन सो मद कर करूं, चरण हिरदय धरूं, रसन अमृत राम नाम भाखूं। मेरी प्रीत गोबिंद स्यों जिन घटै मता, किते ये प्यार घट ना जाए, किते प्रेम विच किते फर्क ना पै जाए। मेरी प्रीत गोबिंद स्यों जिन घटै, मैं तो मोल महंगी लई जी सटै। मैं तां अपनी जिंद दे बदले ये प्रेमा भगती खरीदी है। प्यारिओ बेनती करांगा कि जिस अंदर भी प्रेमा भगती पैदा हो जाए ते सच कि आ कर्म कांड कर लो, इंज कर लो, अंज कर लो, ये दुनियादारी दे गड्डे ढोने आ। प्यारिओ वाहिगुरू तां केवल प्रेमा भगती दा भुखा है। भाई साहब भाई गुरदास जी ने अपनी रचना विच एक उदाहरण दिती है। उंज वैसे कबीर साहब ने गुरु ग्रंथ साहब विच ओहदे बारे एक शब्द भी उच्चारण किया है। धन गुरु रामदास जी दियां ये दो तुकां भी खास करके उस प्रथायक हैं। कृष्ण जी खस्तनापुर जाते हैं, मैं ज्यादा डिटेल च नहीं, पर जो गुरमत दे गुरबाणी ने जिहड़े शब्द कहे आपां उन्हां नूं अखां तो दूर ना करिए, अंदरों इग्नोर ना करिए नामां नूं सुन के। कृष्ण जी खस्तनापुर जाते हैं ते दुर्योधन नूं यह बड़ा मान है कि मेरे घर विच हाथी घोड़े ने, मेरे घर विच धन दौलत है, मेरे घर विच दुनिया की सुख सहूलत है, ते मैनू की लोड़,
मेरे घर की वडप्पन नूं देख के कृष्ण भगवान अपने आप ही मेरे घर आउणगे। पर कहंदे ने वो तां गए नहीं, वो चले गए दासी दे पुत्र बिदर दे घर, ਉਹਦੇ घर विच रात बतीत की। कहंदे सवेरे दुर्योधन ने जदों ये सुनिया ते कहंदे इन्ना कौड़ा इन्ना फिक्का रुखा होके बोलिया। उन्हें कई सवाल किए ते उन्हां दा जिक्र भाई साहब ने अपनी रचना च कीता है कि आया सुनिया बिदर दे बोले दुर्योधन कोई रुखा, ऐ फिक्का होके बोलदा है, प्रेम प्रेम च नहीं बोलदा, अंदर प्रेम वाली गल ही कोई नहीं, रुखापन फिक्कापन। आया सुनिया बिदर दे बोले दुर्योधन कोई रुखा, घर साडे छड़ के गोले देकर जाए के सुखा। एक दासी दे पुत्र दे घर गया साडे घरां नूं त्याग के, भीखम द्रोणा करन तज सभा शिंगार वड्डे मनुखा। प्रीखम जी द्रोणाचार्य वर्गा गुरु उन्हां नूं त्याग के तुसीं चले गए। मैं बेनती करांगा झुग्गी झुंगी जाए वलायन सबना दे जी अंदर तुखा। कहते हस बोले भगवान जी सुन होए राजा होए सनमुखा। कहते ओ दुर्योधन मेरी गल ध्यान नाल सुन, जो तू सवाल करना पे कि साडे घर क्यों ना आए। अगो शब्द कह रहे ने सुनो ओ राजा होए सनमुखा, तेरे भाव ना दिसई, तेरे कल पैसा सी, तेरे घर हाथी घोड़े ने, तेरे घर विच महल ने, सोहनी सेज कहे, पर एक गल चेते रखी तेरे सीने विच प्यार नहीं। मैं सहूलतां तो की लेना, मैं तां प्रेम दा बद्दा जांदा। सिर्फ एक उदाहरण दिती भी समझण वास्ते, वापरी कोई घटना दा जिक्र कीता। कहन लगे तेरा भाव ना दिसई, मेरा नाही आप दा दुखा। भाव जवेहा बिदर दे होरी दे चित चाओ ना चुखा। कहंदे ने गोबिंद भाव भगत दा भुखा। भाई गुरदास साहब ताते कढ़दे ने कि जिवें कृष्ण जी प्रेमा भगती नूं मुख रख के दासी दे सुत बिदर दे घर चले गए, जिहड़ा पार ब्रह्म परमेश्वर दी भगती करदा है। सच एवे परमात्मा बाहर दी सहूलत नहीं वेखदा, परमात्मा बाहर दी दौलत नहीं देखदा, परमात्मा बाहर दे अडंबर नहीं देखदा। कि जे किते ये पैसे वाली सारी कहानी हुंदी ते सच एवे अरबां पतियां ने तां रब नूं घरों बाहर ही नहीं सी निकल देना। जिवें तिजोरी च दौलतां बंद ने, लॉकर च बंद कीते होणे सी सब कुछ। नहीं, वो नहीं परवाह मंनदा किसे दी, ओनू कोई अडंबर नाल वास्ता नहीं। इत्थों तक कि गुरु ग्रंथ साहिब की बाणी विच भगत रविदास साहिब ने ते शब्द वरतिया कि परमात्मा नूं अपने बाप की विरासत मत समझियो। मैं फिर शब्द वरतन लगा, परमात्मा नूं ये समझो मेरे बाप की जमीन है, ये ते किसी होर ने आके की करना है, ये मेरे कोल ही आउणी है। मेरे बाप की दुकान है, ये मेरी दुकान बनेगी। मेरे बाप का घर है, ये मेरा ही घर बनना है। ये बंदे दे बाहर मुखी सिस्टम जिहा है कि बाप तो बाद पुत्र मालक बनेगा, पोता बनेगा। कहते मेरे परिपूर्ण परमात्मा वाहिगुरु जी उन्हां ऊपर एक कोई कायदा कानून लागू नहीं। ओ प्यारियो केवल प्रेम दा भुखा है, जिहड़ा भी प्यार करेगा रब तां ओदा ही बन जांदा है। ये विरासती नहीं कला समझिए। महाराज जी दे बचन ने कि आपन बापै ना ही किसी को, बापै दा अर्थ आप समझने बाप पिता, आपन बापै ना ही किसी को भावन को खर राजा प्यारे, वो सिर्फ केवल ता केवल पावना दा। फिर मैं शब्द दौरान लगा कि गोबिंद भाव भगत दा भुखा। इनू गुरु ग्रंथ साहिब भगत कबीर साहब ने फरमाया, कहन लगे राजन कौन तुम्हारे आवे, ऐसो भाव बिदर को देखो ओ गरीब मोह पावे। कहते मैं तो ओदा प्रेम देखे, मैनू गरीब भा गया। ये केवल पुरातन पुराण घटना ही नहीं, सच एवे मेरे गुरु नानक साहब ने एमनाबाद की धरती ते यही तां किरपा वरताई सी। एक पासे सच एवे खीर पूड़े सन, माल पूड़े सन, कई तरह के पदार्थ सन, ते एक पासे कोदरे की सुक्की रोटी सी, अलूणा साग सी। मेरे धन गुरु नानक साहब सच्चे पातशाह महाराज मलक भागो नूं त्याग दिता, पर भाई लालो दे प्रेम नूं देखदे होए, प्रेम बस होए ओदे घर विच जा टिके ने। एक नहीं, गुरु घर च बेअंत उदाहरण असीं देखने हैं कि भाई साधु ते रूपा। मैं ज्यादा कोई साखियां विस्तार नाल नहीं, सिर्फ ट्यूक मात्र बेनती करनी। भाई साधु ते भाई रूपा
बाप बेटा ठंडा पानी है ते अंदर दी भावना बन गई कि धन गुरु हरगोबिंद साहब आउण ते शीतल जल छकण। पानी दी कमी तां गुरु नहीं ना, सिर्फ एक प्रेम सी। प्यारिओ, प्रेम दी खातर पानी दा घुट पीण लई चले गए मालवे दी धरती ते। उसे धरती दी रहमतां वरता रहे सिंह दो महाराज। हुण श्रीनगर माई ने चोला बनाया। कित्थों सच्चे पातशाह माता भागपरी दे घर जा पहुंचते ने चोला लैण वास्ते। कित्थे गुरु हर साहिब माई ताबो वो प्रेम नाल प्रशादा बना के खलोती है घर च कि मेरे घर आके छकण। ते सच्चे पातशाह दे घर अगे घोड़ा खड़िया करके कहंदे ने कि मां भुख लगी है, छकण नूं कुछ दे। मैं सिर्फ एक बेनती करांगा, ये जिन्नियां साखियां ने इन्हां दा तत भाव इह वे कि जदों हिरदे विच प्रभु दे प्रेम दा वलवला है, प्रेम स्वार्थी ना होवे। उंज वैसे असली प्रेम जिहड़ा स्वार्थी हुंदा ही नहीं। स्वार्थ नहीं प्रेम च, जिथे स्वार्थ है उत्थे प्यार नहीं। हजूर ने बाणी च कहा कि राजन कौन तुम्हारे आवे ऐसो भाव बिदर को देखियो ओ गरीब मोए पावे। हस्ती देख भरम ते भूला श्री भगवान ना जानिया तुमरो दूध बिदर को पानो अमृत कर मैं मानिया। खीर समान साग मैं पाया गुण गावत रैन बिहानी। हुण तुसी देखो पानी अमृत बन गया प्रेम दे नाल। समझण दी गल है ना। कहन लगे तू पानी कहेगा उस गरीब दे घर दा पानी अमृत है। तू खीर दी गल अपने घर दी करेगा ओदे घर दा साग भी खीर है। महाराज कहंदे तू खस्ती घोड़े देख के हंकार विच रिहा पर असी तां सारी रात ओदी कुल्ली विच बैठ के भी परमात्मा दी भगती ही कीती। सिर्फ एक बेनती सी कि जिसने भी प्रेमा भगती नूं जाणिया प्यारिओ ओ तुर पिया। हां, जदों प्रेमा भगती दे मार्ग ते कोई चलदा है समाज छेती कित्तियां बख्शदा नहीं जे। जितने भी रब्बी प्रेम करने वाले महापुरख भगत होए ने कि इस समाज ने बख्शिया। आज सुबह भी गुरमुख प्यारे शब्द पढ़ रहे सन कि कोई आखे भूतना को कहे बेताला। असी धन गुरु नानक साहब महाराज कह रहे हैं पर वक्त दे बेकदरे लोग वो जिन्हां नूं समझ नहीं, उन्हां किसे ने भूतना कहा, किसे ने बेताल कहा, किसे ने आम आदमी शब्द वरत्या। पर मेरे धन गुरु नानक साहब ने क्या नहीं भाई सजनों, तुसी भूत कह लो, बेताल कह लो, सादा बंदा कह लो, मैनू ते परमात्मा दे नाम ने दीवाना कीता है। मैं तां ओदे नाम विच ही बौरा। ये प्रेमा भगती है। कोई आखे भूतना को कहे बेताला, कोई आखे आदमी नानक बेचारा। पर महाराज कहते भया दीवाना शाह का नानक बौराना खौ हर बिन और न जाना। बेनती है प्रेम रस्ते विच रुकावट भी लोक बड़ी पैदा करते हैं पर जेड़ा प्रेमा भगती नाल जुड़ गया है, जिदे अंदर प्रेमा भगती पैदा हो गई, उन्होंने संसार की परवाह भी कोई नहीं। जिमें बाणी विच महाराज जी ने कहा कि उस्तत निंदा नानक जी मैं हब वंजाई छोड़िया हब किज त्यागी हब्बे सा कुड़ावे डिठे तो पल्ले टैंडे लागी। चलो भावें असीं इहनूं आनंद कारज वेले पढ़ने पर अंतरीव अर्थां उस्तत निंदा तो उपर उठ के अपने प्यारे दे लड़ नूं पकड़िया। जब सतगुरु दे अमृत बचन ने कि कोई भला कहो भावें बुरा कहो, तुहाडी मर्जी चार बंदे चंगा कह दिओ, तुहाडी मर्जी चार बंदे बदनामी कर दिओ, मैं तां अपना तन प्यारे नूं वेच दिता, मैं उहदे तो बिना तां रह ही नहीं सकदा। कोई भला कहो भावें बुरा कहो, हम तन दियो है ढार, मैं अपना आप समर्पित कर दिता है। इसे नूं गुरु साहब ने कहा मैं बौरी मेरा राम पतार रच रच ताको करूं शिंगार। बेनती सिर्फ इन्नी कुसी कि प्रेमा भगती एक रस्ता है। हाँ, प्रेमा भगती गुरु अगे अरदास करिए ये पैदा हो सके, नहीं तो सच्ची गल एवे धर्म दे शब्द पढ़े जाते ने पर अंदर दा रुखापन जाता ही नहीं, अंदर प्रेम विकसदा ही नहीं, अंदरों खिची नहीं पैदा हुंदी, अंदरों तड़फ नहीं हुंदी पई पैदा। पर जिस अंदरों तड़फ वो खिच वो बिरहा दी कांग पैदा हो जाए। भाई साहब भाई नंद लाल साहब तां लिखदे ने तू रब नूं इश्क करके देख, मौला दा इश्क तेनू मौला वर्गा बना देवेगा। ते जेड़ियां तू गमां दियां अंदर दर्दां लै के बैठा है
ਉਹਦਾ ਇਸ਼ਕ ਸੱਚ ਐਵੇਂ ਤੇਰੇ ਗਮਾਂ ਦੇ ਦਰਦ ਨੂੰ ਵੀ ਦੂਰ ਕਰ ਦੇਗਾ। ਇਸ਼ਕੇ ਮੌਲਾ ਮਰ ਤੁਰਾ ਮੌਲਾ ਕੁਨਦ, ਰੱਬ ਦਾ ਇਸ਼ਕ, ਰੱਬ ਦਾ ਪ੍ਰੇਮ ਤੈਨੂੰ ਮੌਲਾ ਵਰਗਾ ਬਣਾ ਦੇਗਾ, ਰੱਬ ਵਰਗਾ ਬਣਾ ਦੇਗਾ। ਪਰਮਾਤਮਾ ਦਾ ਪਿਆਰ। ਸਤਿਗੁਰੂ ਗੁਰੂ ਨਾਨਕ ਸਾਹਿਬ ਇੱਕ ਸਿਰਫ ਉਹਨਾਂ ਦਾ ਇੱਕ ਦੋ ਪ੍ਰਮਾਣ ਦੇ ਕਿਸੇ ਸ਼ਬਦ ਦੀ ਵਿਚਾਰ ਵੱਲ ਅੱਗੇ ਥੋੜਾ ਜਿਹਾ ਚੱਲਨੇ ਖਾਂ। ਸਿਰਫ ਅੱਜ ਮੈਂ ਤਾਂ ਇਹਦੇ ਤੇ ਰੋਕਿਆ। ਕਬੀਰ ਸਾਹਿਬ ਕਹਿੰਦੇ ਨੇ, ਉਹ ਭਲੇ ਲੋਕੋ ਕਾਹਦੇ ਕਰਮ ਕਾਂਡਾਂ ਚ ਪਏ ਹੋ, ਇਹ ਕਰਮ ਕਰੋ, ਇਹ ਕਰਮ ਕਰੋ। ਉਹ ਕਹਿੰਦੇ ਨੇ ਪ੍ਰੇਮਾ ਭਗਤੀ ਬਾਰੇ ਇੱਕ ਥੋੜਾ ਜਿਹਾ ਵੀ ਕਿਸੇ ਜਾਣਿਆ ਕੋਈ ਸ਼ੱਕ ਨਹੀਂ, ਉਹ ਇੱਕ ਦਿਨ ਪਰਮਾਤਮਾ ਚ ਅਭੇਦ ਹੋਵੇਗਾ। ਅਵਸਥਾ ਹੁੰਦੀ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦਾ ਕਿਸੇ ਜ਼ਿਕਰ ਪੜ੍ਹਨੇ ਆ, ਉਹ ਘੱਟ ਬੋਲਦੇ ਨੇ। ਐਸੀ ਅਵਸਥਾ ਵੀ ਆਈ ਮਹਾਰਾਜ ਚ ਬਿਰਹਾ ਦੇ, ਜਦੋਂ ਦਿਨ ਲੰਘੇ ਬਹੁਤ ਘੱਟ ਬੋਲਣਾ, ਨੀਂਦ ਬਹੁਤ ਥੋੜੀ, ਖਾਣਾ ਬਹੁਤ ਥੋੜਾ। ਪਰ ਲੋਕਾਂ ਨੂੰ ਕੀ ਸਮਝ, ਸਾਰਿਆਂ ਇਕੱਠਿਆਂ ਹੋ ਕੇ ਹੀ ਕਿਹਾ, ਕਹਿਣ ਲੱਗੇ ਬਾਬਾ ਕਾਲੂ ਸਾਹਿਬ ਨੂੰ, ਤੇਰੇ ਪੁੱਤਰ ਨੂੰ ਇੰਜ ਲੱਗਦਾ ਹੈ ਕਿ ਕੋਈ ਰੋਗ ਲੱਗ ਗਿਆ ਹੈ। ਇਹ ਸਾਰਾ ਦਿਨ ਤਾਂ ਪਿਆ ਰਹਿੰਦਾ ਹੈ, ਉੱਤੇ ਚਾਦਰ ਲਈ ਰੱਖਦਾ ਹੈ, ਜੇ ਬਾਹਰ ਵੀ ਜਾਏ ਜਾਂ ਬਾਹਰ ਜੰਗਲ ਜਾਏ, ਰੁੱਖ ਥੱਲੇ ਨੀਵੀਂ ਪਾਈ ਬੈਠਾ ਰਹਿੰਦਾ ਹੈ। ਕਹਿਣ ਲੱਗੇ ਇਹਦੇ ਅੰਦਰ ਕੋਈ ਨਾ ਕੋਈ ਰੋਗ ਹੈ, ਕੋਈ ਨਾ ਕੋਈ ਬਿਮਾਰੀ ਹੋ ਸਕਦੀ। ਪਿਤਾ ਜੀ ਨੂੰ ਕਿਹਾ, ਉਹਨਾਂ ਨੇ ਵੈਦ ਬੁਲਾਇਆ। ਉਸ ਵੈਦ ਦਾ ਨਾਂ ਇਤਿਹਾਸ ਨੇ ਹਰੀਦਾਸ ਦੱਸਿਆ ਹੈ। ਉਹ ਵੈਦ ਆਉਂਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮੰਜੇ ਤੇ ਵਿਸ਼ਰਾਮ ਕਰ ਰਹੇ ਨੇ, ਲੇਟੇ ਨੇ। ਉਹ ਬਸਤਰ ਹਟਾਉਂਦਾ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਬਾਹ ਨੂੰ ਆਪਣੇ ਹੱਥ 'ਚ ਪਕੜ ਲੈਂਦਾ ਹੈ। ਨਬਜ਼ ਦੇਖਣ ਲੱਗਦਾ ਹੈ, ਆਪਣੀਆਂ ਉਂਗਲਾਂ ਨਾਲ ਨਬਜ਼ ਟਟੋਲਦਾ ਹੈ ਤੇ ਸੱਚੇ ਪਾਤਸ਼ਾਹ ਹਰਦਾਸ ਦੇ ਪਕੜਨ ਦੀ ਦੇਰ ਕਹਿ ਵੈਦ ਬਾਹ ਪਕੜਦਾ ਤੇ ਉੱਠ ਕੇ ਬੈਠ ਜਾਂਦੇ ਨੇ। ਬੜੇ ਪਿਆਰ 'ਚ ਸ਼ਬਦ ਕਹਿੰਦੇ ਨੇ, ਵੈਦ ਆ ਮੇਰੀ ਬਾਹ ਕਿਉਂ ਪਕੜੀ ਤੁਸੀਂ ਵੈਦ ਜੀ? ਉਹ ਅੱਗੋਂ ਉੱਤਰ ਦਿੰਦਾ, ਨਾਨਕ ਮੈਨੂੰ ਪਰਿਵਾਰ ਨੇ ਬੁਲਾਇਆ, ਤੁਹਾਡੇ ਸਰੀਰ ਅੰਦਰ ਕੋਈ ਰੋਗ ਹੈ, ਕੋਈ ਬਿਮਾਰੀ ਹੋ ਸਕਦੀ ਹੈ, ਤੇ ਮੈਂ ਉਸ ਰੋਗ ਨੂੰ, ਉਸ ਬਿਮਾਰੀ ਨੂੰ ਪਹਿਚਾਨਣ ਦਾ ਯਤਨ ਕਰ ਰਿਹਾ, ਨਬਜ਼ ਪਕੜ ਕੇ। ਉਹ ਰੋਗ ਕਿਹੜਾ ਹੋ ਸਕਦਾ? ਸਤਿਗੁਰੂ ਨੇ ਆਪਣੀ ਬਾਹ ਛਡਾ ਲਈ ਤੇ ਕਹਿੰਦੇ, ਰੱਬੀ ਰੰਗ ਚ ਰੱਤਾ ਮੇਰਾ ਬਾਬਾ, ਉਸ ਪਿਆਰੇ ਮਹਿਬੂਬ ਦੇ ਪ੍ਰੇਮ ਚ ਰੱਤਾ ਮੇਰਾ ਸਤਿਗੁਰੂ। ਬਿਰਹਾ ਦੀ ਰਹਿਮਤ ਚ, ਰੱਬ ਦੇ ਬਿਰਹਾ ਦੀ ਰਹਿਮਤ ਚ ਉਸ ਲੰਘਦਾ ਮੇਰਾ ਸਤਿਗੁਰੂ। ਉਹਨਾਂ ਨੇ ਕਿਹਾ, ਵੈਦ ਛੱਡ ਦੇ ਨਬਜ਼। ਕਹਿਣ ਲੱਗਾ, ਨਬਜ਼ ਤੋਂ ਬਿਨਾ ਕਿਵੇਂ ਪਤਾ ਲੱਗੇਗਾ ਰੋਗ ਕੀ? ਕਹਿਣ ਲੱਗੇ, ਜਿਨ੍ਹਾਂ ਨੂੰ ਪਿੰਡੇ ਵਿੱਚ ਦਰਦਾਂ ਹੋਣ, ਜਿਨ੍ਹਾਂ ਨੂੰ ਸਰੀਰ ਵਿੱਚ ਬਿਮਾਰੀ ਹੋਵੇ, ਉਹਨਾਂ ਦੇ ਦਰਦਾਂ ਦਾ ਪਤਾ ਤਾਂ ਨਬਜ਼ ਪਕੜਿਆਂ ਲੱਗ ਜਾਂਦਾ ਹੈ। ਪਰ ਜਿਨ੍ਹਾਂ ਦੇ ਕਲੇਜੇ ਵਿੱਚ ਇੱਕ ਚੀਜ਼ ਸੁੱਟੀ ਹੋਵੇ ਪਿਆਰੇ ਦੀ, ਸੱਚ ਐਵੇਂ ਵੈਦਾ, ਉਹਦੀ ਦਵਾਈ ਕਿਸੇ ਵੈਦ ਕੋਲ ਨਹੀਂ। ਭਾਵੇਂ ਅਸੀਂ ਉਹ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਵੈਦ ਬੁਲਾਇਆ ਵੈਦਗੀ, ਦਵਾਈ ਦੇਣ ਵਾਸਤੇ ਵੈਦ ਆਇਆ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹ। ਉਹ ਆ ਕੇ ਬਾਹ ਨੂੰ ਲੱਭਦਾ, ਨਬਜ਼ ਟਟੋਲਦਾ ਦੇ ਅਰਥ ਹੀ ਕਰਾਂਗੇ, ਬਾਹ ਨੂੰ ਟਟੋਲ ਰਿਹਾ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹ। ਭੋਲਾ ਵੈਦ ਨਾ ਜਾਣੀ, ਇਹਨੂੰ ਭੋਲੇ ਨੂੰ ਕੀ ਪਤਾ ਪ੍ਰੇਮਾ ਭਗਤੀ ਕੀ। ਭੋਲਾ ਵੈਦ ਨਾ ਜਾਣੀ, ਕਰਕ ਕਰੇਜੇ ਮਾਹੇ। ਮਹਾਰਾਜ ਕਹਿੰਦੇ ਉਹ ਦਰਦ ਤਾਂ ਅੰਦਰ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇਹਦਾ ਤਰਜਮਾ ਇਹ ਸ਼ਲੋਕ ਦਾ ਉਰਦੂ ਦੇ ਇੱਕ ਵਿਦਵਾਨ ਨੇ ਕੀਤਾ ਸੀ। ਗੁਰਦੇਵ ਦੇ ਬਚਨ ਨੇ ਕਿ ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹ। ਭੋਲਾ ਵੈਦ ਨਾ ਜਾਣੀ, ਕਰਕ ਕਰੇਜੇ ਮਾਹੇ। ਪਰ ਉਹਨੇ ਅਰਥ ਕੀਤੇ ਸਨ कि वैद ने जब नब्ज देखी तो आपने फौरन कहा, वैद ने जब नब्ज देखी तो आपने फौरन कहा, नब्ज को क्या देखते हो, नब्ज में रखा है क्या? की लभना पिया तू बावां विचों? वैद ने जब नब्ज देखी तो आपने फौरन कहा, नब्ज को क्या देखते हो, नब्ज में रखा है क्या? जिस मर्ज की जुस्तजू में नब्ज पे रखते हो हाथ, मुझे दर्दे इश्क है
और इश्क है मौला के साथ। तेनू समझ किथे लगे भी ये कहानी की। मुझे दर्द इश्क है और इश्क है मौला के साथ। सारी गुरु ग्रंथ साहिब दी बाणी च प्यारियो मैनू बख्श दिया जे, एक शब्द में वरतन लगा पंडित। गुरु ग्रंथ साहिब च पंडित दी बाणी नहीं। याद रखियो ब्राह्मण ये वर्ण है, पंडित का अर्थ है विद्वान। इत्थे बोधक तल वाला जेड़ा सिर्फ अपने अखरां दा ज्ञान इकट्ठा करी बैठा किताबां नूं पढ़ के, उन्हां दी बाणी नहीं। गुरु ग्रंथ साहिब विच सारी बाणी उन्हां प्रेमियां दी है जेड़े प्रेमा भगती विच रब नूं पा चुके ने। ये प्रेमा भगती वालियां दे बोल ने। यही कारण कि जिथे वाचक ज्ञानी आए उथे गुरु ने कान्हे वर्गा भी तोड़ दिता, शाह हुसैन वर्गा भी तोड़ दिता। पर गुरु घर विच केड़ा प्यार प्रवानक है, उथे महाराज कहते ने एक तां प्रेमा भगती करे ते प्रेमा भगती करके खंकारी ना होवे। वैसे तो प्रेमा भगती खंगता नाल संबंध ही कोई नहीं, पर महाराज जी ने क्या भाओ भगत कर नीच सदाए। भाओ भगत प्रेमा भगती करके अपने आप को फिर भी नीवा समझे, अपने आप को ही नीच जाने। भाओ भगत कर नीच सदाए, तो नानक मोख अंतर पाए। मुक्ति का दर ओनू लभदा जिहड़ा प्रेमा भगती करके प्यारियो अपने आप को निवान चले जाता है। अज भगत कबीर साहब जी महाराज उन्होंने है तो शब्द उन्हों की जिंदगी की एक घटना नाल संबंधित। मैं थोड़ा जिहा तां रुक गया सा कि रुखापन छड्ड दईए। अरदास करो दाता साडी झोली च प्रेम पा, प्यार पा। प्रेम ही तो एक वसीला है साईं तक पहुंचने लिए। बाबा फरीद साहब जैसे महापुरख ने क्या दिता सी, कहन लगे बिरहा सुल्तान है पर जिस तन विच बिरहा नहीं वो शमशान है। पाठ करने बिरहा सुल्तान है पर जिस तन विच बिरहा नहीं वो शमशान है। शमशान का अर्थ आप समझने ना सारे। बिरहा बिरहा आखिए बिरहा तू सुल्तान। ये अर्थ थोड़े जे मैं जरूर कर देना, एक बार कीते सन। बिरहा नाल शब्द सुल्तान का अर्थ हुंदा बादशाह, सम्राट। साडे अंदर जज्बे बड़े ने, बाकी जज्बे सुल्तान नहीं। काम का जज्बा सुल्तान नहीं, क्रोध का जज्बा सुल्तान नहीं। ये जज्बे बंदे नूं नीवां दिखांदे ने, पर बिरहा का जज्बा ये बंदे नूं रब तक लै जांदा है। इसे करके बिरहा नूं सुल्तान के, जिन्ने बाकी जज्बे ने बिरहा इन्हां तो सब तो ऊपर है, सुल्तान है। ते दूजा शब्द महाराज जी ने वरत्या कि बिरहा तो बिखून तन शमशान है। साडे टीकाकारां ने अर्थ वैसे यही कीते ने भी जिवें मुर्दे ने। मेरा ख्याल इहनूं थोड़ा जिहा ध्यान नाल समझिए। असल च शमशान जिहड़ा वो तपदा ही रहिंदा है। सतगुरु ने इत्थे शमशान शब्द वरत्या, भूमि शब्द नहीं वरत्या। याद ध्यान रखियो। मसान तपदा है। महाराज कहते हैं जिवें शमशान विच कदी कोई फुल तां नहीं वेखण गया। जदों शमशान विच जाने उत्थे लांबू ही लगदा है। सच ए वे जिवें शमशान दे अंदर लांबू लगदा है, तपश पैंदी है। अग दे कोले ने जिस हिरदे विच रब दा बिरहा नहीं, ओदा अंदर भी इस तरह जिवें शमशान भूमि रोज तपी जाती है, अंदर सड़ी जा रहा है। ये भाव अर्थ ये करिए कि बिरहा बिरहा आखिए बिरहा तू सुल्तान। फरीदा जितन बिरहो ना उपजै सोतन जान। मशान बेनती करांगा भगत कबीर साहब जी महाराज उन्होंने पहले अमृत बचन जो कहे, इस अमृत तुक नूं आपां प्रेम नाल फिर दोबारा सरवण करिए जी। जो जन भाओ भगत कछ जान। जो जन भाओ भगत कछ जाने। जन का अर्थ असीं कीता है दास। जेड़ा भी परमात्मा दा दास, जेड़ा भी प्रभु दा दास, परमात्मा दी प्रेमा भगती बारे कुछ जानदा है, जिन्हों यह समझ है कि प्रभु दी प्रेमा भगती की है, जिन्हें प्रेमा भगती की। ਇਹਦਾ अर्थ जानने का अर्थ किताब पढ़ के नहीं करना। ਇਹਦਾ मतलब जिदे अंदर प्रेमा भगती की चिन्ह है,
जिन्हें महसूस किया प्रेमा भगती की है। ते दास ने एक बार अर्ज किया सी कि जदों एक इस्त्री एक मां बच्चे नूं जन्म देंदी, जन्म तो पहला असीं देखने आ कि प्रसूत दीयां पीड़ा ने, उस पीड़ा विच दर्द है, वो पीड़ा विच एक चीख है, पर जिन्हें संतान नूं जन्म नहीं दिता उन्होंने प्रसूत की पीड़ा का कोई पता नहीं। जिन्हें कदी गुरु दे प्रेम च भेज के दो अथरू नहीं सटे, उन्होंने अथरवां वाले की कदर भी कोई नहीं। जिन्हें जान लिया थोड़ा जिहा उस प्रेमा भगती नूं, फिर उसकी मंजिल की है, ताका अचरज काहो। अगे फिर भगत साहब जी कह रहे ने, भाई सज्जनों सच एवे तां कहो उस लई अचरज काहो। ਉਹਦੇ ਵਾਸਤੇ कोई अचरज गल थोड़ा है, ਜਿਹੜਾ प्रेमा भगती करेगा भाई वो मिलेगा, हैरानी प्रगट ना करो, वो ਉਹਦੇ ਵਿੱਚ ਜ਼ਰੂਰ ਸਮਾਏਗਾ। ਜਿਉ ਜਲ ਜਲ ਮਹ ਪੈਸ ਨਾਨਕ ਸਾ। ਦੇਖੋ ਇੱਥੇ ਭਗਤ ਸਾਹਿਬ ਫਿਰ ਇੱਕ ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਜਿਵੇਂ ਪਾਣੀ, ਪਾਣੀ ਵਿੱਚ ਪੈਸਦਾਰ ਤੇ ਪੈ ਜਾਏ। ਮੰਨ ਲਓ ਇੱਕ ਅਸੀਂ ਗੜਵੀ ਪਾਣੀ ਦੀ ਭਰ ਲਈਏ ਤੇ ਵਗਦੇ ਕੋਈ ਦਰਿਆ ਵਿੱਚ ਸੱਟ ਦਈਏ, ਜਾਂ ਬਾਹਰੋਂ ਪਾਣੀ ਲਈਏ ਤੇ ਸਮੁੰਦਰ ਦੀਆਂ ਲਹਿਰਾਂ ਵੀ ਸੱਟ ਦਈਏ। ਸੱਚ ਇਹ ਵੇ ਕਿ ਜਿਹੜਾ ਪਾਣੀ ਇੱਕ ਵਾਰੀ ਪਾਣੀ ਵਿੱਚ ਮਿਲ ਜਾਏਗਾ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ, ਉਹ ਅਭੇਦ ਹੈ, ਉਹ ਉਸ ਵਿੱਚ ਲੀਨ ਹੋ ਗਿਆ ਹੈ। ਤਿਉ ਢੁਰ ਮਿਲਿਓ ਜੋ ਲਾਹੋ। ਉੱਥੇ ਫਿਰ ਬਚਨ ਕਰਦੇ ਨੇ, ਕਹਿੰਦੇ ਤਿਉ ਢੁਰ ਮਿਲਿਓ ਜੁਲਾਹੋ। ਆਪਣੇ ਲਈ ਸ਼ਬਦ ਵਰਤਿਆ ਉਹਨਾਂ ਜੁਲਾਹਾ। ਕਹਿੰਦੇ ਨੇ ਜਿਵੇਂ ਭਾਈ, ਇਹ ਦੇਖੋ ਉਹਨਾਂ ਦੀ ਆਪਣੀ ਅਵਸਥਾ ਹੈ, ਮੈਂ ਤਾਂ ਬੇਨਤੀ ਕਰ ਲਗਾ ਕਿਉਂਕਿ ਸ਼ਬਦ ਉਹਨਾਂ ਦੇ ਜੀਵਨ ਨਾਲ, ਨਿੱਜੀ ਜੀਵਨ ਨਾਲ ਜੁੜਿਆ, ਪਰ ਨਿੱਜੀ ਜੀਵਨ ਨਾਲ ਜੁੜਿਆ ਹੋਇਆ ਸ਼ਬਦ ਵੀ ਸੱਚ ਐਵੇਂ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਸੰਬੰਧ ਵਿੱਚ, ਪਰਿਪੂਰਨ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਸੰਬੰਧ ਵਿੱਚ ਸਾਰੀ ਮਾਨਵਤਾ ਦੀ ਅਗਵਾਈ ਕਰੇਗਾ। ਉਹ ਕਹਿੰਦੇ ਨੇ ਦੇਖੋ ਪ੍ਰੇਮਾ ਭਗਤੀ ਜਿੱਥੇ ਪੈਦਾ ਹੋ ਜਾਏ ਸ਼ੱਕ ਨਹੀਂ ਉਹ ਮਿਲੇਗਾ। ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ, ਕਹਿਣ ਲੱਗੇ ਗੁਰਸਿੱਖੋ ਇਸੇ ਤਰ੍ਹਾਂ ਜੁਲਾਹਾ ਮੈਂ ਢਲ ਕੇ, ਢਲ ਕੇ ਦਾ ਅਰਥ ਕਰਾਂਗੇ ਪਿਘਲ ਕੇ, ਜਿਹੜੀ ਮੈਂ ਮੇਰੀ ਸੀ ਹਉਮੈ ਦਾ ਤਿਆਗ ਕਰਕੇ, ਆਪਾ ਭਾਵ ਨੂੰ ਤਿਆਗ ਕੇ ਮੈਂ ਉਸ ਪਰਮਾਤਮਾ ਵਿੱਚ ਜਾ ਮਿਲਿਆ ਹਾਂ। ਆਪਣਾ ਉਹਨਾਂ ਦਾ ਤਜਰਬਾ ਹੈ। ਕਹਿੰਦੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਗਿਆ, ਇਸੇ ਤਰ੍ਹਾਂ ਭਾਈ ਸਿੱਖੋ ਕਿ ਅਸੀਂ ਉਸ ਪਰਿਪੂਰਨ ਪਰਮਾਤਮਾ ਵਿੱਚ, ਭਾਵੇਂ ਲੋਕ ਮੈਨੂੰ ਜੁਲਾਹਾ ਕਹਿੰਦੇ ਨੇ, ਪਰ ਮੈਂ ਉਸ ਵਿੱਚ ਜਾ ਮਿਲਿਆ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਹਨਾਂ ਨੇ ਆਪਣੀ ਅਭੇਦਤਾ ਬਾਰੇ ਵੀ ਬਚਨ ਕਹੇ। ਜਿਵੇਂ ਉਹਨਾਂ ਦਾ ਇੱਕ ਸ਼ਬਦ ਹੈ ਕਿ ਉਹਦੇ ਵਿੱਚ ਤੁਕਾਂ ਨੇ ਦੋ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲਿਆ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੈ ਪਛਾਨੀ। एक हो गए। जिन्हों साहब ने कहा सूरज किरण मिले, जल का जल हुआ राम, ज्योति ज्योत रली संपूर्ण थिया राम। जिन्हों सतगुरु गुरु तेग बहादुर साहब ने बख्शिश की थी कि गुर कृपा जे नर को कीनी, ते ए जुगत पछानी, नानक लीन भयो गोबिंद स्यों ज्यों पानी संग पानी। जिमें पानी पानी भी समा जाता है। भगत जी कहते जिथे प्रेमा भगती है उथे चिंता मत करो भी वो अभेद नहीं होया, वो प्रेमा भगती वाला मिल गया। जिमें पानी विच मिलिया होया पानी नहीं निकसदा, इसे तरह प्यारिओ एक जोत एका मिली किंबा होए महोए। जिहड़ी एक जोत मिल गई किवें वाक कर सकने। कहंदे ने मेरा अपना तजर्बा है, कबीर साहिब जी का तजर्बा है। कहंदे ने इसे तरह मैं जुलाहा ढल के, मैं मेरी नूं त्याग के, पिघल के उस प्यारे प्रभु विच अभेद खो गया खां। हर के लोगा मैं तो मत का भोरा। इत्थे फिर भगत जी ने अपने जीवन की घटना की जिक्र किया है। वो घटना है कि कबीर साहब की जदों असीं बाणी पढ़ते हैं, सच एवे उस महापुरख ने अपनी जिंदगी दे कोई भी तत्थ जिहड़ा है उहनूं पर्दे थल्ले नहीं रखिया। ऐ शरेआम धुर की बाणी च रब्बी हुक्म चों ना उचारिया। जिवें मैं दो तीन उदाहरण आप जिंदे देना। कबीर साहब दे घर रोटी चलदी है,
ਪਰ ਜਿਹੜੀ ਮਾਂ ਦਾ ਤਮੈ ਉਹ ਕਬੀਰ ਸਾਹਿਬ ਦੇ ਸੰਤੋਸ਼ ਪੁਣੇ ਤੋਂ ਉੱਚਾ ਸੋਚਦੀ, ਮਤਲਬ ਉਹ ਤਮੇ ਚ ਹੈ। ਉਹਨਾਂ ਨੇ ਆਪਣੇ ਪਰਿਵਾਰ ਦੀ ਇਸ ਸਮੱਸਿਆ ਨੂੰ ਬਾਣੀ ਚ ਜ਼ਿਕਰ ਕਰ ਦਿੱਤਾ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗਰਾਈ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕਰ ਦਿੱਤਾ। ਦੂਸਰਾ ਉਹਨਾਂ ਦਾ ਬਚਨ ਪੜ੍ਹਨਾ, ਸੁਨੋ ਜਠਾਨੀ ਸੁਨੋ ਦਿਰਾਨੀ, ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਏ ਖੋਏ ਇਹ ਮੁੰਡਿਆ ਕਿਉਂ ਨਾ ਮੋਇਓ। ਘਰ ਦੀ ਇੱਕ ਸਮੱਸਿਆ ਹੈ, ਉਹਨੂੰ ਬਾਣੀ ਚ ਕਹਿ ਦਿੱਤਾ। ਇੱਕ ਉਹਨਾਂ ਦਾ ਸ਼ਬਦ ਖੋਰ ਹੁੰਦਾ ਹੈ ਕਿ ਇੱਕ ਦੋ ਮੰਦਰ ਇੱਕ ਦੋ ਬਾਠ, ਹਮਕੋ ਸਾਥਰ ਉनको ਖਾਟ, ਮੂੰਡ ਪਲੋਸ਼ ਕਮਰਬਦ ਪੋਥੀ, ਹਮਕੋ ਚਾਬਨ ਉनको ਰੋਟੀ। ਕਹਿੰਦੇ ਨੇ ਇੱਥੇ ਦੋ ਤਾਂ ਘਰ ਚ ਆਉਂਦੇ ਪਏ ਨੇ, ਸਾਧੂ ਮਹਾਂਪੁਰਖ ਕਮਾਈ ਵਾਲੇ। ਇਹ ਚੇਤੇ ਰੱਖਿਓ, ਪਖੰਡੀਆਂ ਦੇ ਨੇੜੇ ਕਬੀਰ ਸਾਹਿਬ ਨਹੀਂ ਜਾਂਦੇ ਕਿ ਪਖੰਡੀ ਭੀੜਾਂ ਲਾ ਕੇ ਆ ਜਾਣ। ਜਿਹੜੇ ਆਪ ਕਹਿ ਰਹੇ ਨੇ ਕਿ ਹਰ ਕੇ ਸੰਤ ਨਾ ਆਖੀਆਂ, ਓਏ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ, ਉਹਦੇ ਘਰ ਚ ਠੱਗ ਤਾਂ ਨਹੀਂ ਰੋਟੀ ਖਾਂਦੇ। ਇਹਦਾ ਮਤਲਬ ਪ੍ਰੇਮਾ ਭਗਤੀ ਵਾਲੇ ਜਗਿਆਸੂ ਆਉਂਦੇ ਨੇ। ਕਹਿੰਦੇ ਨੇ ਇੱਕ ਦੋ ਘਰ ਚ ਬਿਠਾਉਂਦਾ, ਇੱਕ ਦੋ ਬਾਹਰ ਤੋਰ ਆਉਂਦਾ, ਉਹਨਾਂ ਨੂੰ ਰੋਟੀ ਦਿੰਦਾ, ਸਾਨੂੰ ਚੱਬਣ ਵਾਸਤੇ ਛੋਲੇ ਮਿਲਦੇ ਨੇ, ਉਹਨਾਂ ਨੂੰ ਖਾਟ ਮਿਲਦੀ, ਅਸੀਂ ਜ਼ਮੀਨ ਤੇ ਸੌਂਦੇ ਹਾਂ। ਮੈਂ ਬੇਨਤੀ ਕਰਾਂਗਾ, ਕਬੀਰ ਸਾਹਿਬ ਨੇ ਇਸ ਗੱਲ ਨੂੰ ਵੀ ਬਾਣੀ ਚ ਲਿਖ ਦਿੱਤਾ, ਧਿਆਨ ਨਾਲ ਸੁਣੀ ਜਾਓ। ਫਿਰ ਇਹਨਾਂ ਤੇ ਜਦੋਂ ਤਸ਼ੱਦਦ ਹੁੰਦਾ ਹੈ, ਉਹਨਾਂ ਨੇ ਦੋ ਘਟਨਾਵਾਂ ਆਪਣੇ ਤਨ ਦੇ ਤਸ਼ੱਦਦ ਦੀਆਂ ਵੀ ਬਾਣੀ ਚ ਲਿਖੀਆਂ ਨੇ। ਇੱਕ ਤਾਂ ਹੈ ਕਿ ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਉਹਦੇ ਚ ਜ਼ਿਕਰ ਕੀਤਾ ਹੈ। ਦੂਜਾ ਅਸੀਂ ਬਚਨ ਪੜ੍ਹਨੇ, ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ, ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਮੇਰੇ ਉੱਤੇ ਖਾਤੀ ਚੜਾ ਕੇ ਮੈਨੂੰ ਕੁਚਲਣਾ ਚਾਹੁੰਦੇ। ਯਾਦ ਰੱਖੋ, ਉਹਨਾਂ ਨੇ ਨਿੱਜੀ ਜੀਵਨ ਵੀ। ਤੇ ਮੈਂ ਅੱਜ ਸੁਬਾਹ ਸੋਚ ਰਿਹਾ ਸਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬਕਾਲੀ ਤੇ ਸਰਬਦੇਸ਼ੀ ਹੈ, ਇਹ ਸਾਰੇ ਮੰਨੇ। ਪਰ ਜਿਹੜੇ ਉਸ ਟਾਈਮ ਦੀ ਕਰੰਟ ਸ਼ਬਦ ਸਨ ਜਾਂ ਉਹ ਘਟਨਾਵਾਂ ਸਨ ਕਰੰਟ, ਉਹਨਾਂ ਨੂੰ ਬਾਣੀ ਚ ਦਰਜ ਕੀਤਾ। ਪਰ ਉਹ ਕਰੰਟ ਘਟਨਾਵਾਂ ਬਿਆਨ ਕਰਨ ਦੇ ਬਾਵਜੂਦ ਵੀ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਰਬਕਾਲੀ ਦੇ ਰੂਪ ਵਿੱਚ ਵਿਆਖਿਆ ਕਰਦਾ। ਇਹਨੂੰ ਥੋੜਾ ਜਿਹਾ ਫਿਰ ਸਮਝਿਓ। ਬਾਬਰ ਦਾ ਹਮਲਾ ਉਦੋਂ ਹੋਇਆ, ਪਰ ਸ਼ਬਦ ਤਾਂ ਅੱਧ ਵਿੱਚ ਪੜਿਆ ਜਾਂਦਾ ਹੈ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਉਹ ਤਾਂ ਟਾਈਮ ਦੀ, ਇੱਥੋਂ ਤੱਕ ਟਾਈਮ ਵੀ ਕਹਿ ਦਿੱਤਾ, ਆਮਨ 78 ਜਾਨ 97। ਪਰ ਉਸ ਟਾਈਮ ਦੀ ਘਟਨਾ ਦਾ ਜ਼ਿਕਰ ਕਰਦਾ ਸ਼ਬਦ ਵੀ ਉਹ ਜੁਗੋ ਜੁਗ ਅਟਲ ਗਿਆਨ ਦੀ ਅਗਵਾਈ ਕਰ ਰਿਹਾ ਹੈ। ਸੁਲੀ ਤੇ ਨਾਰਾਇਣ ਰਾਖ ਉਸ ਵੇਲੇ ਦੀ ਘਟਨਾ ਹੈ, ਪਰ ਅੱਜ ਜੁਗੋ ਜੁਗ ਅਟਲ ਅਗਵਾਈ ਅੱਜ ਵੀ ਕਰ ਰਿਹਾ ਹੈ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਉਹ ਟਾਈਮ ਦਾ ਜ਼ਿਕਰ ਹੈ। ਮੇਰੀ ਬੇਨਤੀ ਸ਼ਾਇਦ ਸਮਝ ਗਏ ਹੋ ਤੁਸੀਂ ਕਿ ਜਿਹੜੇ ਸ਼ਬਦ ਨਿੱਜੀ ਰੂਪ ਚ ਨੇ, ਉਸ ਵਕਤ ਨਾਲ ਜੁੜੀਆਂ ਘਟਨਾਵਾਂ ਨਾਲ ਸੰਬੰਧਿਤ ਨੇ, ਪਿਆਰਿਓ, ਉਸ ਵਕਤ ਦੀ ਵਿਆਖਿਆ ਕਰਦੇ ਕੋਈ ਵਕਤ ਤੋਂ ਪਾਰ ਅੱਜ ਵੀ ਉਹ ਸ਼ਬਦ ਜਿਹੜੇ ਨੇ ਉਹਨੇ ਸਾਰਥਕ ਨੇ। ਮੈਂ ਬੇਨਤੀ ਕਰਾਂਗਾ, ਕਬੀਰ ਸਾਹਿਬ ਇਹ ਸ਼ਬਦ ਜਿਹੜਾ ਕਹਿਣ ਲੱਗਾ, ਸਾਰੀ ਜ਼ਿੰਦਗੀ ਰਹੇ ਨੇ ਕਾਂਸ਼ੀ ਦੀ ਧਰਤੀ, ਜਿਹਨੂੰ ਬਨਾਰਸ ਤੇ ਵਾਰਾਣਸੀ ਵੀ ਕਿਹਾ ਜਾਂਦਾ ਹੈ। ਵਾਰਾਣਸੀ ਤਾਂ ਕਹਿੰਦੇ ਆ ਕਿ ਇੱਕ ਵਾਰਨ ਔਰ ਅਸੀਂ ਨਦੀ ਦੇ ਵਿਚਕਾਰ ਜਿਹੜਾ ਉਹ ਸ਼ਹਿਰ ਹੈ ਵਾਰਾਣਸੀ, ਇਹਦੇ ਬਾਰੇ ਕਿਹਾ ਜਾਂਦਾ ਹੈ ਸ਼ਿਵ ਨਗਰੀ ਹੈ। ਮੈਂ ਬੇਨਤੀ ਕਰਾਂਗਾ, ਜਿੰਨੇ ਘਰਾਂ 'ਚ ਸੁਣਦੇ ਹੋਣ, ਇਹਨੂੰ ਦਵੈਸ਼ 'ਚ ਲੈ ਕੇ ਅਰਥ ਨਾ ਸਮਝਣ ਤੇ ਨਾ ਕਿਸੇ ਦੇ ਧਰਮ ਅਸਥਾਨ ਦਾ ਮਜ਼ਾਕ ਉਡਾਉਣ ਲਈ, ਪਰ ਜੋ ਗੁਰਮਤ ਨੇ ਤੱਤ ਕਿਹਾ ਹੈ ਉਹ ਸਾਰੀ ਜ਼ਿੰਦਗੀ ਬਨਾਰਸ ਰਹੇ। ਜਦੋਂ ਅੰਤਲਾ ਸਮਾਂ ਕਬੀਰ ਸਾਹਿਬ ਦਾ ਆਇਆ ਤੇ ਇਹਨਾਂ ਨੇ ਕਾਂਸ਼ੀ ਨੂੰ, ਬਨਾਰਸ ਨੂੰ ਤਿਆਗ ਦਿੱਤਾ ਤੇ ਆਪ ਇਹ ਮਗਹਰ ਦੀ ਧਰਤੀ ਤੇ ਚਲੇ ਗਏ। ਗੋਰਖਪੁਰ ਦੇ ਨਜ਼ਦੀਕ ਹੈ ਮਗਹਰ ਦੀ ਧਰਤੀ, ਜਿੱਥੇ ਕਬੀਰ ਸਾਹਿਬ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ। ਦਾਸ ਉਸ ਜਗ੍ਹਾ ਦੇ ਦਰਸ਼ਨ ਵੀ ਕੀਤੇ ਨੇ, ਹੋ ਸਕਦਾ ਉੱਥੋਂ ਤੱਕ ਸੰਗਤ ਸੁਣ ਰਹੀ ਹੋਵੇ। ਇੱਕ ਪਾਸੇ ਕਬੀਰ ਦਿਉਰਾ ਹੈ ਤੇ ਦੂਜੇ ਪਾਸੇ ਕਮਾਲੀ ਕਮਾਲਾ, ਇੱਕ ਦਰਬਾਰ ਸਾਂਝੀ, ਦੂਜੇ ਪਾਸੇ ਮੁਸਲਮਾਨ ਵੀਰਾਂ ਨੇ ਕਬਰ ਬਣਾਈ ਹੈ। ਪਰ ਜਿਹੜੇ ਦਿਉਰੇ ਵਾਲੇ ਨੇ, ਉਹਨਾਂ ਨੇ ਦਰਵਾਜ਼ੇ ਉੱਤੇ ਲਿਖ ਕੇ ਲਾਇਆ ਹੈ ਕਿ ਕਬੀਰ एक विचार, क्रांतिकारी विचारधारा का नाम है। कबीर एक विचार है, ठीक उन्होंने ख्याल। कबीर साहब सारी जिंदगी बनारस रहे, अंतले समय मगहर आ गए। मेरी बेनती ध्यान नाल सुनियो जो मैं अर्ज करनी चाहना। बनारस बारे ये तत्थ है
ਕਿ ਇੱਥੇ ਵਰ ਮਿਲਿਆ ਕਿ ਜਿਹੜਾ ਇੱਥੇ ਮਰੇਗਾ ਉਹ ਪਾਪੀ ਬੰਦਾ ਵੀ ਮੁਕਤ ਹੋ ਜਾਏਗਾ, ਤੇ ਜਿਹੜਾ ਮਗਰ ਦੀ ਧਰਤੀ ਤੇ ਮਰੇਗਾ ਉਹ ਪੁੰਨੀ ਬੰਦਾ ਵੀ ਖੋਤੇ ਦੀ ਜੂਨ ਚ ਪਏਗਾ, ਉਹ ਗਧੇ ਦੀ ਜੂਨ ਚ ਪਏਗਾ, ਜੋ ਸੁਣਿਆ ਜਾਂਦਾ। ਕਬੀਰ ਸਾਹਿਬ ਨੇ ਕਿਹਾ ਜੇ ਜਿਹੜਾ ਸ਼ਬਦ ਹੈ, ਜੇ ਮੈਂ ਬਨਾਰਸ ਚ ਮਰਨਾ ਮੁਕਤ ਹੋਣਾ ਤੇ ਫਿਰ ਰੱਬਾ ਤੇਰੀ ਭਗਤੀ ਦੀ ਕੀ ਗੱਲ ਰਹਿ ਗਈ? ਫਿਰ ਤਾਂ ਨਿਹੋਰਾ ਹੀ ਰਹਿ ਗਿਆ, ਆਸਾਨ ਹੀ ਰਹਿ ਗਿਆ ਨਾ ਤੇਰਾ। ਇਹ ਕਿਹਾ ਜਾਂਦਾ ਵੀ ਇੱਥੇ ਤਾਂ ਵਰ ਮਿਲਿਆ, ਭਗਤ ਜੀ ਮਗਰ ਚਲੇ ਗਏ ਤੇ ਉੱਥੇ ਜਾ ਕੇ ਪ੍ਰਾਣ ਤਿਆਗਣ ਤੋਂ ਪਹਿਲਾਂ ਸ਼ਬਦ ਕਹਿ ਰਹੇ ਨੇ, ਦੁਨੀਆ ਦੇ ਲੋਗੋ ਸੱਚ ਇਹ ਜੇ ਅੰਦਰ ਭਗਤੀ ਸਿਮਰਨ ਨਹੀਂ, ਜੇ ਅੰਦਰ ਪ੍ਰਭੂ ਦੀ ਪ੍ਰੇਮਾ ਭਗਤੀ ਨਹੀਂ, ਤੇ ਭਾਵੇਂ ਬਨਾਰਸ ਵਿੱਚ ਕੋਈ ਤਨ ਤਿਆਗ ਜਾਏ ਨਰਕ ਤੋਂ ਬਚ ਸਕਦਾ ਹੀ ਨਹੀਂ। ਜਿਹੜੇ ਅੰਦਰ ਪ੍ਰੇਮਾ ਭਗਤੀ ਹੈ ਉਹ ਮਗਰ ਵਿੱਚ ਵੀ ਤਨ ਤਿਆਗ ਜਾਏ ਨਰਕ ਉਹਨੂੰ ਕਦੀ ਸਾੜ ਸਕਦਾ ਹੀ ਨਹੀਂ। ਸਿਰਫ ਗੱਲ ਹੈ ਪ੍ਰੇਮਾ ਭਗਤੀ ਦੀ। ਮਹਾਰਾਜ ਜੀ ਨੇ ਦੇਖੋ ਅੱਜ ਇਹ ਸ਼ਬਦ ਕਿਹਾ ਹੈ ਜਿਹੜਾ ਅਸੀਂ ਅੰਮ੍ਰਿਤ ਬਚਨ ਪੜ੍ਹ ਰਹੇ, ਜਦੋਂ ਤੁਰੇ ਲੋਕਾਂ ਕਿਹਾ ਵੀ ਮੱਤ ਦਾ ਭੋਲਾ ਹੀ ਜੇ, ਮੁਕਤੀ ਦਾ ਵੇਲਾ ਆਇਆ ਤੇ ਬਨਾਰਸ ਛੱਡ ਬੈਠੇ। ਉੱਥੇ ਫਿਰ ਭਗਤ ਜੀ ਕਹਿ ਰਹੇ ਨੇ, ਲੋਕੋ ਮੈਂ ਸੱਚਮੁੱਚ ਮੱਤ ਦਾ ਬੜਾ ਭੋਲਾ ਹਾਂ, ਮੈਨੂੰ ਕੋਈ ਸਮਝ ਨਹੀਂ। ਜੋ ਤਨ ਕਾਸੇ ਤਜ ਹੈ ਕਬੀਰਾ, ਰਮਈਆ ਕਹਾ ਨਿਹੋਰਾ। ਕਹਿੰਦੇ ਨੇ ਜੇ ਮੈਂ ਕਾਸ਼ੀ ਵਿੱਚ ਤਨ ਤਿਆਗਨਾ ਵਾਂ ਤੇ ਫਿਰ ਪ੍ਰਮਾਤਮਾ ਤੇਰੀ ਭਗਤੀ ਦਾ ਕੀ ਅਰਥ ਹੋਇਆ? ਲੋਕਾਂ ਤੇ ਇਹੀ ਕਹਿਣਾ ਕਬੀਰ ਤਾਂ ਮੁਕਤ ਹੋ ਗਿਆ ਕਿਉਂਕਿ ਧਰਤੀ ਨੂੰ ਵਰ ਮਿਲੇ। ਗੱਲ ਸੁਣਿਓ, ਬੜੀ ਸੁਚੇਤਤਾ ਵਰਤੀ। ਕਹਿੰਦੇ ਜੇ ਇੱਥੇ ਪ੍ਰਾਣ ਤਿਆਗੇ ਲੋਕਾਂ ਕਹਿਣਾ ਵੀ ਇਹ ਤਾਂ ਮੁਕਤ ਹੋ ਗਿਆ ਕਿਉਂਕਿ ਧਰਤੀ ਨੂੰ ਵਰ ਮਿਲਿਆ। ਉਹ ਕਹਿੰਦੇ ਮੈਂ ਨਹੀਂ ਵਰ ਵਾਲੀ ਧਰਤੀ ਤੇ ਆਪਣੇ ਪ੍ਰਾਣ ਤਿਆਗਣੇ, ਮੈਂ ਤਾਂ ਉੱਥੇ ਤਿਆਗਾਂਗਾ ਜਿੱਥੇ ਸਰਾਪੀ ਧਰਤੀ, ਮਗਰ ਦੀ ਧਰਤੀ ਸਰਾਪੀ ਹੈ। ਕਹਿੰਦੇ ਮੈਂ ਤਾਂ ਉੱਥੇ ਮਰਾਂਗਾ। ਲੋਕਾਂ ਕਿਹਾ ਵੀ ਸਾਰੀ ਜ਼ਿੰਦਗੀ ਪੁੱਠੇ ਹੀ ਕੰਮ ਕਰਦਾ ਰਹੇ, ਹੁਣ ਮਰਨ ਵੇਲੇ ਤੇ ਸਮਝ। ਇਹੀ ਸੁਭਾਅ ਹੈ ਨਾ। ਉਹਨਾਂ ਨੇ ਇੱਕ ਸ਼ਬਦ ਵੀ ਕਿਹਾ ਕਿ ਜਿਉਂ ਜਲ ਛੋੜ ਬਾਹਰ ਪਿਓ ਮੀਨਾ, ਪੂਰਬ ਜਨਮ ਕੋ ਤਪ ਕਾ ਹੀਨਾ। ਉਹਦੇ ਵਿੱਚ ਤੁਕਾਂ ਨੇ ਬਹੁਤ ਬਰਸ ਤਪ ਕੀਆ ਕਾਸ਼ੀ, ਮਰਨ ਭਇਆ ਮਗਹਰ ਕੀ ਬਾਸੀ। ਕਹਿੰਦੇ ਹੁਣ ਤਾਂ ਟਿਕ, ਮਰਨ ਦਾ ਵੇਲਾ, ਮੁਕਤੀ ਦਾ ਵੇਲਾ। ਕਹਿੰਦਾ ਨਾ, ਮੈਂ ਤਾਂ ਮਗਰ ਮਰੂੰਗਾ ਜਾ ਕੇ। ਸੱਚ ਇਹ ਜੇ ਬਾਬਾ ਲੈਂਦੇ ਨੂੰ ਪਾਣੀ ਦਿੰਦਾ ਸੀ, ਦੁਨੀਆ ਚੜ੍ਹਦੇ ਨੂੰ ਦਿੰਦੀ ਸੀ। ਆਪਾਂ ਨਾ ਕਿਤੇ ਰੀਸ ਕਰ ਬੈਠੀਏ। ਚੇਤੇ ਰੱਖਿਓ, ਬੰਦਗੀ ਵਾਲਾ ਤੁਰੇ, ਸਿਮਰਨ ਵਾਲਾ ਤੁਰੇ, ਜਿਹਨੇ ਰੱਬ ਨੂੰ ਸਾਖਿਆਂ ਦੇਖਿਆ, ਉਹ ਕਹੇਗਾ ਹਾਂ ਮੈਂ ਨਰਕ ਦੇ ਨੇੜੇ ਵੀ ਲੰਘਾਂਗਾ। ਤੂੰ ਨਰਕ ਨੂੰ ਸੜਨ ਦੀ ਗੱਲ ਕਹਿੰਦਾ, ਭਗਤੀ ਕਰਨ ਵਾਲਾ ਨਰਕ ਦੇ ਨੇੜੇ ਲੰਘੋ ਤੇ ਨਰਕ ਵੀ ਠੰਡੇ ਹੋ ਜਾਂਦੇ। ਬੇਨਤੀ ਹੈ, ਕਬੀਰ ਸਾਹਿਬ ਨੇ ਕਿਹਾ ਨਹੀਂ, ਜੇ ਮੈਂ ਕਾਸ਼ੀ ਚ ਬੌਡੀ ਤਿਆਗ ਦਿੱਤੀ ਤੇ ਮੇਰੀ ਹਿਸਟਰੀ ਚ ਲਿਖਿਆ ਜਾਏਗਾ ਕਿ ਕਬੀਰ ਜੁਲਾਹਾ ਤਾਂ ਮੁਕਤ ਹੋਇਆ ਕਿਉਂਕਿ ਇਸ ਨਗਰੀ ਨੂੰ ਵਰ ਮਿਲਿਆ ਸੀ। ਕਹਿੰਦਾ ਮੈਂ ਵਰ ਵਾਰੀ ਨਗਰੀ ਚ ਆਪਣਾ ਤਨ ਨਹੀਂ ਤਿਆਗਣਾ। ਤੇ ਲੋਕਾਂ ਕਿਹਾ ਮੱਤ ਦਿਆ ਖੌਲਿਆ, ਮੱਤ ਦਿਆ ਝੱਲਿਆ। ਇਹ ਸ਼ਬਦ ਕਬੀਰ ਜੀ ਕਹਿੰਦੇ ਮੇਰੇ ਲਈ ਵਰਤੇ ਹਨ। ਰਹਾਉ ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲਹੁ ਕੋਈ। ਫਿਰ ਮਗਹਰ ਦੀ ਧਰਤੀ ਤੇ ਕਬੀਰ ਸਾਹਿਬ ਜਾਂਦੇ ਨੇ, ਉੱਥੇ ਕੋਈ ਸਮਾਂ ਜੀਵਤ ਰਹਿੰਦੇ ਨੇ। ਉਂਝ ਮੈਂ ਬੇਨਤੀ ਕਰ ਦਿਆਂਗਾ ਕਿ ਗੁਰਬਾਣੀ ਵਿੱਚ ਮੁਕਤੀ ਦਾ ਕਨਸੈਪਟ ਜਿਹੜਾ ਹੈ ਇਹਨੂੰ ਮਰਨ ਨਾਲ ਜੋੜ ਕੇ ਨਾ ਦੇਖਿਓ। ਗੁਰਬਾਣੀ ਵਿੱਚ ਮੁਕਤੀ ਹੈ ਉਸਤਤ ਨਿੰਦਿਆ ਨਾਹੀ, ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਹਰ ਕਿਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਉਹਨਾਂ ਨੇ ਜੀ ਛੱਡ ਕੇ ਬਨਾਰਸ ਦੀ ਧਰਤੀ ਤੇ ਮਗਰ ਆ ਗਏ, ਇੱਥੇ ਪ੍ਰਾਣ ਤਿਆਗਦੇ ਨੇ। ਪਰ ਉਹ ਨਾਲ ਬਾਣੀ 'ਚ ਇਹ ਸ਼ਬਦ ਕਰ ਗਏ ਨੇ, ਦਰਜ ਕਰ ਗਏ ਕਿ ਦੁਨੀਆ ਦੇ ਲੋਗੋ ਇਸ ਭਰਮ ਤੋਂ, ਇਸ ਭੁਲੇਖੇ ਤੋਂ ਤੁਸੀਂ ਉੱਪਰ ਉੱਠ ਜਾਓ, ਇਸ ਭਰਮ ਨੂੰ ਕੱਢ ਦਿਓ ਕਿ ਕਿਸੇ ਥਾਂ ਤੇ ਹੁਣ ਬੰਦਾ ਸਾਰੀ ਜ਼ਿੰਦਗੀ ਪਾਪ ਕੀਤੇ ਰੱਜ ਕੇ ਤੇ ਉਹ ਕਹੇ ਜੀ ਮਰਦੇ ਸਮੇਂ ਲੈ ਜਾਓ ਫਲਾਣੇ ਤੀਰਥ ਤੇ ਲੈ ਜਾਓ ਮੁਕਤ ਹੋ ਜਾਏਗਾ। ਅਸੀਂ ਮੰਨਦੇ, ਅਸੀਂ ਜਿਉਂਦਿਆਂ ਨੂੰ ਵੀ ਚੁੱਕੀ ਫਿਰਨੇ ਆ, ਤੇ ਜਿਹੜੇ ਮਰ ਜਾਂਦੇ ਨੇ ਪ੍ਰਦੇਸ਼ਾਂ ਚ ਹੱਡੀਆਂ ਚੁੱਕ ਕੇ ਕੋਈ ਤੁਰਿਆ ਆਉਂਦਾ, ਮੈਂ ਜੀ ਹਰਿਦੁਆਰ ਲਿਜਾਣਾ ਇਹਨੇ ਮੁਕਤ ਹੋ ਜਾਣਾ। ਕੋਈ ਕਿਸੇ ਤੀਰਥ ਤੇ ਤੁਰਿਆ ਬੈਠਾ, ਆਪਾਂ ਵੀ ਸਿੱਖ ਇਹੀ ਕਰਨੇ ਆ ਨਾ। ਸਮਝੋ ਗੁਰਮਖੋ, ਮਹਾਰਾਜ ਨੇ ਕਿਹਾ ਮਨੁ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਸਗਲੀ ਸੈਨ ਤਰਾਈ। ਤੋ ਗੁਰੂ ਦੀ ਭਗਤੀ ਕਰੋ, ਪ੍ਰੇਮਾ ਭਗਤੀ ਕਰ। ਹੁਣ ਪ੍ਰੇਮਾ ਭਗਤੀ ਤੋਂ ਬਿਨਾ ਕੱਲਾ ਖੰਡਨ ਕਰੀ ਜਾਣਾ। ਮਹਾਰਾਜ ਨੇ ਕਿਹਾ ਜੀ ਆਪ ਤਾਂ ਸਿਮਰਨ ਕੀਤਾ ਨਹੀਂ, ਫਿਰ ਖੰਡਨ ਕਿਉਂ ਕਰਨ ਤੁਰ ਪਏ? ਬੇਨਤੀ ਹੈ ਪਹਿਲੀ ਗੁਰੂ ਜੀ ਨੇ ਗੱਲ ਕਹੀ ਜਿਹਨੇ ਪ੍ਰੇਮਾ ਭਗਤੀ ਨੂੰ ਜਾਣਿਆ,
ਜਿਹਨੇ ਸਿਮਰਨ ਨੂੰ ਜਾਣਿਆ। ਕਹਿੰਦੇ ਨੇ ਸੁਣੋ ਲੋਕੋ ਮੇਰੀ ਗੱਲ, ਇਸ ਭਰਮ ਨੂੰ ਆਪਣੇ ਅੰਦਰੋਂ ਦੂਰ ਕਰੋ। ਕਿਆ ਕਾਸੀ ਕਿਆਯੂ ਖਰ ਮਗਹਰ ਰਾਮ ਹਿਰਦਾ ਜਾ ਹੋਈ। ਕਹਿੰਦੇ ਨੇ ਕੀ ਕਾਸ਼ੀ ਦੀ ਧਰਤੀ ਤੇ ਕੀ ਮਗਹਰ ਦੀ ਕਲਰੀ ਧਰਤੀ, ਜੇ ਸੀਨੇ ਵਿੱਚ ਵਾਹਿਗੁਰੂ ਜੀ ਹੋਵੇ, ਕਾਸ਼ੀ ਹੋਵੇ, ਮਗਰ ਹੋਵੇ, ਭਗਤ ਸਾਰੀਆਂ ਥਾਵਾਂ ਤੇ ਪ੍ਰਵਾਨ ਹੈ। ਇਹਦਾ ਮਤਲਬ ਸਿਰਫ ਇਹ ਸੀ ਅੱਜ ਦੇ ਸ਼ਬਦ ਦਾ ਕਿ ਪ੍ਰੇਮਾ ਭਗਤੀ ਨਾਲ ਜੁੜੀਏ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਹਰ ਸਾਲ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ। ਇਸ ਸਾਲ ਵੀ ਸਨਮਾਨਯੋਗ ਸਿੰਘ ਸਾਹਿਬਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਸ਼੍ਰੀ ਦਰਬਾਰ ਸਾਹਿਬ, ਜੋ ਹਰ ਸਾਲ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਇਸ ਵਾਰ ਤਕਰੀਬਨ 11 ਦਿਨ 5 ਤੋਂ ਲੈ ਕੇ ਅੱਜ ਤੱਕ ਆਪ ਜੀ ਦੇ ਦਰਸ਼ਨ ਕੀਤੇ। ਮੈਂ ਜਿਨ੍ਹਾਂ ਨੇ ਕਥਾ ਵਿਚਾਰ ਸੁਣੀ ਹੈ, ਜਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਹੈ, ਯਤਨ ਕਰੋ, ਮੇਰੇ ਲਈ ਅਰਦਾਸ ਕਰੋ, ਮੈਂ ਵੀ ਕਮਾਵਾਂ ਤੇ ਤੁਸੀਂ ਵੀ ਯਤਨ ਕਰੋ, ਆਪਾਂ ਤੁਰੀਏ। ਸਿੱਖ ਇੱਕ ਜੀਵਨ ਮਾਰਗ ਹੈ, ਜੀਵਨ ਜਾਚ ਹੈ। ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਬਜ਼ੁਰਗ ਸਾਡੇ ਗਿਆਨੀ ਮੋਹਨ ਸਿੰਘ ਜੀ, ਉਹ ਵੀ ਆਪ ਜੀ ਦੇ ਸਨਮੁਖ ਆਏ ਨੇ। ਬਸ ਮੈਂ ਸਮੁੱਚੇ ਪ੍ਰਬੰਧ ਦਾ, ਪ੍ਰਬੰਧਕ ਕਮੇਟੀ ਦਾ, ਸਮੁੱਚੇ ਅਦਾਰੇ ਦਾ ਤਹਿ ਦਿਲੋਂ ਧੰਨਵਾਦੀ ਹਾਂ। ਤੇ ਇੱਕ ਅਰਦਾਸ ਮੇਰੇ ਲਈ ਕਰਿਓ, ਸੱਚੇ ਪਾਤਸ਼ਾਹ ਜੋ ਸਟੇਜ ਤੇ ਕਹਿੰਦੇ ਹਾਂ, ਦੁਨੀਆ ਜੋ ਮਰਜੀ ਸਾਡੀ ਜ਼ਿੰਦਗੀ ਦੇ ਅਰਥ ਕਰੇ, ਜੋ ਸਟੇਜ ਤੇ ਕਹਿੰਦੇ ਆ, ਜ਼ਮੀਰ ਤੇ ਆਤਮਾ ਦੇ ਤੌਰ ਤੇ ਸਾਨੂੰ ਕਮਾਨ ਦੀ ਦਾਤ ਬਖਸ਼ੇ। ਇੰਨੇ ਦਿਨ ਗੁਰੂ ਰਾਮਦਾਸ ਸੋਢੀ ਸੁਲਤਾਨ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰਦਿਆਂ ਖੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਸਾਧ ਸੰਗਤ ਜੀ, ਆਓ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੇ ਸ਼ਬਦ ਦੇ ਅੰਤਲੇ ਬਚਨਾਂ ਦਾ ਪਾਠ ਸਰਵਣ ਕਰੀਏ ਜੀ। ਕਹਿਤ ਕਬੀਰ ਸੁਰਹੁ ਲੈ ਲੋਈ, ਭਰਮ ਨਾ ਭੁੱਲਹੁ ਕੋਈ। ਕਿਆ ਕਾਸੀ ਕਿਆਯੂ ਖਰ ਮਗਹਰ ਰਾਮ ਹਿਰਦਾ ਜਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਭਾਈ ਸਾਹਿਬ ਜੀ ਦੀ ਪਦਵੀ ਨੂੰ ਪ੍ਰਾਪਤ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਪਿਛਲੇ ਦਿਨਾਂ ਤੋਂ ਲਗਾਤਾਰ ਗੁਰਮਤਿ ਦੀਆਂ ਵਿਚਾਰਾਂ ਕਰਕੇ ਆਏ ਹੋਏ ਮੁੱਖ ਵਾਕ ਦੀ ਵਿਚਾਰ ਕਰਕੇ ਸਿੱਖ ਸੰਗਤ ਨੂੰ ਨਿਹਾਲ ਕੀਤਾ ਹੈ। ਅੱਜ ਉਹਨਾਂ ਦਾ ਕਿ ਭਾਈ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ ਸਿੱਖ ਕੌਮ ਦੀ ਮਹਾਨ ਹਸਤੀ, ਸੁਪਰੀਮ ਹਸਤੀ, ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਪਹੁੰਚੇ ਨੇ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਸਾਬਕਾ ਗ੍ਰੰਥੀ, ਮੈਨੇਜਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਹੁੰਚੇ ਨੇ। ਸਾਰਿਆਂ ਨੂੰ ਹੀ ਜਿਉ ਆਇਆ। ਸਮਾਗਮ ਸੰਖੇਪ ਹੋਣ ਕਰਕੇ ਮੈਂ ਬੇਨਤੀ ਕਰਾਂਗਾ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਚਰਨਾਂ ਵਿੱਚ ਕਿ ਉਹ ਦੋ ਸ਼ਬਦ ਸਿੱਖ ਸੰਗਤਾਂ ਨਾਲ ਸਾਂਝੇ ਕਰਨ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਕੋਈ ਸਵਾਦ ਵਾਲੀ ਗੱਲ ਨਹੀਂ ਕਿ ਆਪਾਂ ਉੱਠ ਕੇ ਤੁਰ ਪਏ ਹਾਂ। ਅਜੇ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਸਾਰੇ ਰੁਝੇਵੇਂ ਛੱਡ ਕੇ ਹਫ਼ਤੇ ਤੋਂ ਜ਼ਿਆਦਾ ਟਾਈਮ ਗੁਰੂ ਸ਼ਬਦ ਆਪਣੇ ਵਿਚਾਰ ਸਰਵਣ ਕਰਵਾਈ ਹੈ।
ਅਸੀਂ ਉਹਨਾਂ ਦੇ ਮਾਨ ਸਤਿਕਾਰ ਵਾਸਤੇ ਸਿਰਫ 5-7 ਮਿੰਟ ਬੈਠਣ ਦੀ ਖੇਚਲ ਕਰੀਏ। ਆਓ ਪਿਆਰ ਸਤਿਕਾਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਆਪਣੇ ਇਲਾਹੀ ਫਰਮਾਨ ਗੁਰੂ ਕੀਆਂ ਸੰਗਤਾਂ ਤੱਕ ਪਹੁੰਚਾਉਣ ਦੇ ਲਈ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਨ ਦੇ ਵਾਸਤੇ ਪੰਥ ਦੇ ਵਿੱਚ ਮਹਾਨ ਵਿਦਵਾਨ ਪੈਦਾ ਕੀਤੇ ਨੇ। ਉਹਨਾਂ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਤਿਕਾਰਤ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ, ਜੋ ਆਲ ਵਰਲਡ ਦੇ ਵਿੱਚ ਹਰ ਸਿੱਖ ਮਾਈ ਭਾਈ, ਉਹਨਾਂ ਦੀ ਰਸਨਾ ਤੋਂ ਨਿਕਲਿਆ ਗੁਰੂ ਕਾ ਸ਼ਬਦ ਸਰਵਣ ਕਰਨ ਵਾਸਤੇ ਉਤਾਵਲੇ ਰਹਿੰਦੇ ਨੇ। ਉਹਨਾਂ ਨੇ ਕਾਫੀ ਦਿਨਾਂ ਤੋਂ ਹਾਜ਼ਰੀ ਭਰੀ ਹੈ। ਦਾਸ ਧੰਨਵਾਦੀ ਹੈ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ, ਜਿਨ੍ਹਾਂ ਨੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇਹ ਕਾਫੀ ਦਿਨ ਜੋ ਗਿਆਨੀ ਪਿੰਦਰਪਾਲ ਸਿੰਘ ਜੀ ਨੂੰ ਸੇਵਾ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਨਾਲ ਭਾਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਵੀ ਹਾਜ਼ਰ ਰਹੇ ਨੇ। ਔਰ ਕਿੰਨੇ ਸਤਿਕਾਰ ਦੀ ਗੱਲ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਉਹ ਵੀ ਵਿਸ਼ੇਸ਼ ਕਰਕੇ ਹਾਜ਼ਰ ਹੋਏ ਨੇ। ਦਾਸ ਧੰਨਵਾਦ ਕਰਨਾ ਚਾਹੁੰਦਾ ਪੀਟੀਸੀ ਚੈਨਲ ਦਾ ਕਿ ਜਿਨ੍ਹਾਂ ਨੇ ਆਲ ਵਰਲਡ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਨ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ। ਔਰ ਇੱਕ ਮੈਂ ਕਹਿਣਾ ਵੀ ਚਾਹੁੰਦਾ ਹਾਂ ਸਾਨੀ ਸਾਹਿਬ ਦੇ ਰਾਹੀਂ ਕਿ ਪੀਟੀਸੀ ਚੈਨਲ ਕੁਝ ਐਸੇ ਇਲਾਕੇ ਨੇ ਜਿਨ੍ਹਾਂ ਵਿੱਚ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ ਪਹੁੰਚਦੀ, ਖਾਸ ਕਰਕੇ ਜੋ ਪੇਂਡੂ ਇਲਾਕਾ ਹੈ, ਉਸ ਇਲਾਕੇ ਵਿੱਚ ਆਲ ਵਰਲਡ ਦੇ ਵਿੱਚ ਹਰ ਘਰ ਤੱਕ ਗੁਰੂ ਦੀ ਗੱਲ ਪਹੁੰਚਾਉਣ ਦੇ ਲਈ ਪੀਟੀਸੀ ਚੈਨਲ ਆਪਣੇ ਪ੍ਰਬੰਧਕਾਂ ਨਾਲ ਵਿਚਾਰ ਕਰਕੇ ਇਹ ਜ਼ਰੂਰ ਉਪਰਾਲਾ ਕਰੇ, ਕਿਉਂਕਿ ਹਰ ਇੱਕ ਸਿੱਖ ਮਾਈ ਭਾਈ, ਇਹ ਠੀਕ ਹੈ ਗੁਰੂ ਕੀ ਬਾਣੀ ਦੀ ਕਥਾ ਬਹੁਤ ਸਥਾਨਾਂ ਤੋਂ ਆਉਂਦੀ ਹੈ, ਪਰ ਹਰ ਇੱਕ ਦੇ ਮਨ ਵਿੱਚ ਇੱਕ ਚਾਅ ਹੁੰਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਦਰਬਾਰ ਸਾਹਿਬ ਤੋਂ ਆਏ ਇਲਾਹੀ ਫਰਮਾਨ ਸੰਗਤਾਂ ਸੁਣਨ ਵਾਸਤੇ ਹਮੇਸ਼ਾ ਹੀ ਉਤਸੁਕ ਰਹਿੰਦੀਆਂ ਹਨ। ਇਸ ਕਰਕੇ ਸਾਨੂੰ ਇਸ ਸੰਬੰਧ ਵਿੱਚ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਨੇ। ਪੀਟੀਸੀ ਚੈਨਲ ਦਾ ਧੰਨਵਾਦ ਹੈ ਔਰ ਹੋਰ ਵੀ ਇਹਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਸਰਦਾਰ ਪ੍ਰਤਾਪ ਸਿੰਘ ਜੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਉਹ ਵੀ ਵਿਸ਼ੇਸ਼ ਕਰਕੇ ਸੰਗਤਾਂ ਵਿੱਚ ਹਾਜ਼ਰ ਨੇ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਬਹੁਤਾ ਕੁਝ ਕਹਾਂ। ਸਾਰੀਆਂ ਸਭਾ ਸੁਸਾਇਟੀਆਂ ਵੱਲੋਂ, ਸ੍ਰੀ ਦਰਬਾਰ ਸਾਹਿਬ ਵੱਲੋਂ, ਸਾਰੇ ਸਿੰਘ ਸਾਹਿਬਾਨਾਂ ਵੱਲੋਂ, ਸਮੁੱਚੀ ਸੰਗਤ ਵੱਲੋਂ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ, ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ। ਅਰਦਾਸ ਕਰਿਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹਨਾਂ ਨੂੰ ਤੰਦਰੁਸਤੀ, ਦੀਰਘ ਆਯੂ ਬਖਸ਼ਿਸ਼ ਕਰਨ, ਤਾਂ ਕਿ ਇਸੇ ਤਰ੍ਹਾਂ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਦੇ ਰਹਿਣ। ਭਾਈ ਪਰਮਜੀਤ ਸਿੰਘ ਜੀ ਖਾਲਸਾ ਪ੍ਰਧਾਨ ਜੀ ਸਿੱਖ ਸਟੂਡੈਂਟ ਫੈਡਰੇਸ਼ਨ, ਉਹਨਾਂ ਦਾ ਵੀ ਦਾਸ ਧੰਨਵਾਦੀ ਹੈ, ਜੋ ਹਮੇਸ਼ਾ ਹੀ ਨਾਲ ਰਹਿ ਕੇ ਪੰਥਕ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹਨਾਂ ਨੂੰ ਜੀ ਆਇਆਂ ਵੀ ਕਿਹਾ ਹੈ ਤੇ ਸਮੁੱਚੀ ਸੰਗਤ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ। ਹੁਣ ਮੈਂ ਅਦਬ ਸਹਿਤ ਬੇਨਤੀ ਕਰਾਂਗਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਨੂੰ ਸਨਮਾਨਿਤ ਕਰਨਗੇ। ਸਭ ਨਾਲੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਸਮੂਹ ਸਿੰਘ ਸਾਹਿਬਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਨਾਲ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ,
ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੈਨੇਜਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਗਿਆਨੀ ਕੁਲਵਿੰਦਰ ਸਿੰਘ ਜੀ ਅਰਦਾਸੀਆ। ਬੋਲੇ ਸੋ ਨਿਹਾਲ, ਬੋਲੇ